ਡੇਵਿਡ ਜੇ ਸ਼ੁਆਰਜ਼ ਦੀ ਪੁਸਤਕ ਵੱਡੀ ਸੋਚ ਦਾ ਵੱਡਾ ਜਾਦੂ ਦਾ ਅਗਲਾ ਵਿਸ਼ਾ ਹੈ ਬਹਾਨੇਬਾਜ਼ੀ ਦਾ ਇਲਾਜ ਕਰਾਓ। ਇਹ ਅਸਫਲਤਾ ਦੀ ਬਿਮਾਰੀ ਹੈ। ਕਿਉਂਕਿ ਸਫਲਤਾ ਦਾ ਸੰਬੰਧ ਲੋਕਾਂ ਨਾਲ ਹੈ, ਇਸ ਲਈ ਸਫਲ ਹੋਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲਓ। ਜੇਕਰ ਤੁਸੀਂ ਲੋਕਾਂ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਉਹਨਾਂ ਤੋਂ ਇਹ ਸਿੱਖ ਸਕਦੇ ਹੋ ਕਿ ਜ਼ਿੰਦਗੀ ਵਿੱਚ ਕਿਵੇਂ ਸਫਲ ਹੋਇਆ ਜਾ ਸਕਦਾ ਹੈ, ਤੇ ਇਹ ਸਿੱਖਣ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਜੀਵਨ ਵਿੱਚ ਉਤਾਰ ਵੀ ਸਕਦੇ ਹੋ। ਹੁਣੇ ਬਿਨਾਂ ਦੇਰ ਕੀਤੇ ਲੋਕਾਂ ਦਾ ਅਧਿਐਨ ਗਹਿਰਾਈ ਨਾਲ ਕਰੋ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਅਸਫਲ ਲੋਕਾਂ ਦੇ ਦਿਮਾਗ ਨੂੰ ਇੱਕ ਭਿਆਨਕ ਬਿਮਾਰੀ ਹੁੰਦੀ ਹੈ। ਅਸੀਂ ਇਹਨੂੰ ਐਪੈਂਡਿਸਾਈਟਿਸ ਦੀ ਤਰਜ਼ ਤੇ ਬਹਾਨੇਬਾਜ਼ੀ ਦਾ ਨਾਮ ਦੇ ਸਕਦੇ ਹਾਂ। ਹਰ ਅਸਫਲ ਵਿਅਕਤੀ ਵਿੱਚ ਇਹ ਬਿਮਾਰੀ ਬਹੁਤ ਵਿਕਸਿਤ ਅਵਸਥਾ 'ਚ ਪਾਈ ਜਾਂਦੀ ਹੈ ਤੇ ਜ਼ਿਆਦਾਤਰ ਆਮ ਆਦਮੀਆਂ ਵਿੱਚ ਇਹ ਬਿਮਾਰੀ ਥੋੜ੍ਹੀ ਬਹੁਤ ਤਾਂ ਹੁੰਦੀ ਹੈ। ਤੁਸੀਂ ਪਾਓਗੇ ਕਿ ਬਹਾਨੇਬਾਜ਼ੀ ਦੀ ਬਿਮਾਰੀ ਸਫਲ ਤੇ ਅਸਫਲ ਲੋਕਾਂ ਦੇ ਵਿੱਚ ਸਭ ਤੋਂ ਵੱਧ ਅੰਤਰ ਨਾਲ ਹੁੰਦੀ ਹੈ। ਸਫਲਤਾ ਦੀ ਪੌੜੀ ਤੇ ਬਿਨਾਂ ਰੁਕੇ ਚੜ੍ਹਨ ਵਾਲਾ ਵਿਅਕਤੀ ਬਹਾਨੇਬਾਜ਼ੀ ਦਾ ਰੋਗੀ ਨਹੀਂ ਹੁੰਦਾ, ਜਦੋਂ ਕਿ ਅਸਫਲਤਾ ਦੀ ਢਲਾਨ ਦੇ ਲਗਾਤਾਰ ਫਿਸਲਣ ਵਾਲਾ ਬੰਦਾ ਬਹਾਨੇਬਾਜ਼ੀ ਤੋਂ ਗੰਭੀਰ ਰੂਪ 'ਚ ਪੀੜਤ ਹੁੰਦਾ ਹੈ। ਆਪਣੇ ਚੌਗਿਰਦੇ ਦੇ ਲੋਕਾਂ ਨੂੰ ਦੇਖਣ ਨਾਲ ਤੁਸੀਂ ਪਾਓਗੇ ਕਿ ਜਿਹੜਾ ਵਿਅਕਤੀ ਜਿੰਨਾ ਸਫਲ ਹੁੰਦਾ ਹੈ ਓਨੇ ਹੀ ਘੱਟ ਬਹਾਨੇ ਬਣਾਉਂਦਾ ਹੈ, ਪਰ ਜਿਹੜਾ ਬੰਦਾ ਕਿਤੇ ਨਹੀਂ ਪਹੁੰਚ ਸਕਦਾ, ਕਿਤੇ ਨਹੀਂ ਪਹੁੰਚ ਪਾਉਂਦਾ ਤੇ ਉਸ ਕੋਲ ਕਿਤੇ ਪਹੁੰਚਣ ਦੀ ਕੋਈ ਯੋਜਨਾ ਵੀ ਨਹੀਂ ਹੁੰਦੀ, ਉਹਦੇ ਕੋਲ ਢੇਰ ਸਾਰੇ ਬਹਾਨੇ ਮੌਜੂਦ ਹੁੰਦੇ ਹਨ। ਅਸਫਲ ਲੋਕ ਤੁਰੰਤ ਹੀ ਦੱਸ ਦੇਣਗੇ ਕਿ ਉਹਨਾਂ ਨੇ ਫਲਾਣਾ ਕੰਮ ਕਿਉਂ ਨਹੀਂ ਕੀਤਾ, ਜਾਂ ਉਹ ਕਿਉਂ ਨਹੀਂ ਕਰਦੇ, ਜਾਂ ਉਹ ਉਹਨੂੰ ਕਿਉਂ ਨਹੀਂ ਕਰ ਸਕਦੇ, ਜਾਂ ਇਹ ਕਿ ਉਹ ਅਸਫਲ ਕਿਉਂ ਹਨ। ਸਫਲ ਲੋਕਾਂ ਦੀ ਜ਼ਿੰਦਗੀ ਦਾ ਅਧਿਐਨ ਕਰੋ ਤੇ ਤੁਸੀਂ ਉਹਨਾਂ ਸਾਰਿਆਂ ਵਿੱਚ ਇੱਕ ਗੱਲ ਜ਼ਰੂਰ ਪਾਓਗੇ। ਅਸਫਲ ਲੋਕ ਜਿਹੜੇ ਬਹਾਨੇ ਬਣਾਉਂਦੇ ਹਨ, ਸਫਲ ਆਦਮੀ ਵੀ ਉਹੀ ਬਹਾਨੇ ਬਣਾ ਸਕਦੇ ਹਨ, ਪਰ ਉਹ ਨਹੀਂ ਬਣਾਉਂਦੇ। ਮੈਂ ਜਿੰਨੇ ਵੀ ਬੇਹੱਦ ਸਫਲ ਬਿਜ਼ਨਸਮੈਨਾਂ, ਮਿਲਟਰੀ ਅਫਸਰਾਂ, ਸੇਲਜ਼ਮੈਨਾਂ, ਪ੍ਰੋਫੈਸ਼ਨਲ ਵਿਅਕਤੀਆਂ ਜਾਂ ਕਿਸੇ ਵੀ ਖੇਤਰ ਦੇ ਮੋਹਰੀ ਲੋਕਾਂ ਨਾਲ ਮਿਲਿਆ ਜਾਂ ਜਿਨ੍ਹਾਂ ਦੇ ਬਾਰੇ ਮੈਂ ਸੁਣਿਆ, ਉਹਨਾਂ ਦੇ ਸਾਹਮਣੇ ਬਹਾਨਿਆਂ ਦੀ ਕੋਈ ਘਾਟ ਨਹੀਂ ਸੀ। ਰੂਜ਼ਵੈਲਟ ਆਪਣੇ ਬੇਜਾਨ ਪੈਰਾਂ ਦਾ ਬਹਾਨਾ ਬਣਾ ਸਕਦੇ ਸਨ। ਟਰੂਮੈਨ ਸਿੱਖਿਆ ਦੀ ਕਮੀ ਦਾ ਬਹਾਨਾ ਬਣਾ ਸਕਦੇ ਸਨ। ਕੈਨੇਡੀ ਇਹ ਕਹਿ ਸਕਦੇ ਸਨ ਕਿ ਪ੍ਰੈਜ਼ੀਡੈਂਟ ਬਣਨ ਵੇਲੇ ਮੇਰੀ ਉਮਰ ਘੱਟ ਸੀ। ਜੌਨਸਨ ਤੇ ਆਈਜ਼ਨਹਾਵਰ ਹਾਰਟ ਅਟੈਕ ਦੇ ਬਹਾਨੇ ਪਿੱਛੇ ਲੁਕ ਸਕਦੇ ਸਨ। ਕਿਸੇ ਵੀ ਹਾਲਤ, ਕਿਸੇ ਵੀ ਬਿਮਾਰੀ ਦੀ ਤਰ੍ਹਾਂ ਬਹਾਨੇਬਾਜ਼ੀ ਦਾ ਜੇ ਵੇਲੇ ਸਿਰ ਇਲਾਜ ਨਾ ਕੀਤਾ ਜਾਏ ਤਾਂ ਹਾਲਤ ਹੋਰ ਵਿਗੜ ਸਕਦੀ ਹੈ। ਵਿਚਾਰਾਂ ਦੀ ਇਸ ਬਿਮਾਰੀ ਦੇ ਸ਼ਿਕਾਰ ਬੰਦੇ ਇਸ ਤਰ੍ਹਾਂ ਸੋਚਦੇ ਹਨ, ਮੇਰੀ ਹਾਲਤ ਉਨੀ ਚੰਗੀ ਨਹੀਂ ਹੈ ਜਿੰਨੀ ਚੰਗੀ ਹੋਣੀ ਚਾਹੀਦੀ ਸੀ। ਹੁਣ ਮੈਂ ਲੋਕਾਂ ਸਾਹਮਣੇ ਆਪਣੀ ਇੱਜ਼ਤ ਬਚਾਉਣ ਲਈ ਕਿਹੜਾ ਬਹਾਨਾ ਬਣਾ ਸਕਦਾ? ਬੁਰੀ ਸਿਹਤ, ਸਿੱਖਿਆ ਦੀ ਘਾਟ, ਜ਼ਿਆਦਾ ਜਾਂ ਘੱਟ ਉਮਰ, ਬਦਨਸੀਬੀ, ਨਿੱਜੀ ਪਰੇਸ਼ਾਨੀਆਂ, ਬੁਰੀ ਪਤਨੀ, ਮਾਂ-ਪਿਓ ਵੱਲੋਂ ਗਲਤ ਪਾਲਣਾ ਪੋਸਣਾ। ਅਸਫਲਤਾ ਦੀ ਬਿਮਾਰੀ ਨਾਲ ਦੁਖੀ ਵਿਅਕਤੀ ਜਦ ਕਿਸੇ ਚੰਗੇ ਬਹਾਨੇ ਨੂੰ ਚੁਣ ਲੈਂਦਾ ਹੈ ਤਾਂ ਫਿਰ ਉਹਨੂੰ ਘੁੱਟ ਕੇ ਫੜ ਲੈਂਦਾ ਹੈ। ਫਿਰ ਉਹ ਇਸ ਬਹਾਨੇ ਦੇ ਸਹਾਰੇ ਲੋਕਾਂ ਨੂੰ ਤੇ ਆਪਣੇ ਆਪ ਨੂੰ ਇਹ ਸਮਝਾਉਂਦਾ ਹੈ ਕਿ ਉਹ ਜ਼ਿੰਦਗੀ ਵਿੱਚ ਅੱਗੇ ਕਿਉਂ ਨਹੀਂ ਵੱਧ ਪਾ ਰਿਹਾ। ਹਰ ਵਾਰ ਜਦੋਂ ਇਹ ਬਿਮਾਰ ਆਦਮੀ ਬਹਾਨਾ ਬਣਾਉਂਦਾ ਹੈ ਤਾਂ ਉਹ ਬਹਾਨਾ ਉਹਦੇ ਅਵਚੇਤਨ ਦਿਮਾਗ ਵਿੱਚ ਹੋਰ ਡੂੰਘੇ ਉਤਰ ਜਾਂਦਾ ਹੈ। ਜਦੋਂ ਅਸੀਂ ਉਹਨੂੰ ਦੁਹਰਾਓ ਦੀ ਖਾਦ ਪਾਉਂਦੇ ਹਾਂ ਤਾਂ ਵਿਚਾਰ, ਚਾਹੇ ਉਹ ਸਕਾਰਾਤਮਕ ਹੋਣ ਜਾਂ ਨਕਾਰਾਤਮਕ, ਜ਼ਿਆਦਾ ਫੁਰਤੀ ਨਾਲ ਵਧਣ ਫੁੱਲਣ ਲੱਗ ਪੈਂਦੇ ਹੈ। ਸ਼ੁਰੂਆਤ ਵਿੱਚ ਤਾਂ ਬਹਾਨੇਬਾਜ਼ੀ ਦਾ ਰੋਗੀ ਜਾਣਦਾ ਹੈ ਕਿ ਉਹਦਾ ਬਹਾਨਾ ਤਕਰੀਬਨ ਝੂਠ ਹੀ ਹੈ, ਪਰ ਉਹ ਜਿੰਨੀ ਜ਼ਿਆਦਾ ਵਾਰ ਆਪਣੇ ਬਹਾਨੇ ਨੂੰ ਦੁਹਰਾਉਂਦਾ ਹੈ ਓਨਾ ਹੀ ਉਹਨੂੰ ਲੱਗਣ ਲੱਗਦਾ ਹੈ ਕਿ ਇਹੀ ਸੱਚ ਹੈ ਤੇ ਇਹੀ ਉਹਦੀ ਅਸਫਲਤਾ ਦਾ ਅਸਲ ਕਾਰਨ ਹੈ। ਸਫਲਤਾ ਦੀ ਰਾਹ 'ਚ ਆਪਣੇ ਚਿੰਤਨ ਨੂੰ ਠੀਕ ਦਿਸ਼ਾ ਵੱਲ ਲੈ ਜਾਣ ਲਈ ਸਭ ਤੋਂ ਪਹਿਲੇ ਤਾਂ ਤੁਹਾਨੂੰ ਇਹ ਕਦਮ ਚੁੱਕਣਾ ਪਏਗਾ ਕਿ ਤੁਸੀਂ ਬਹਾਨੇਬਾਜ਼ੀ ਤੋਂ ਬਚਾਓ ਲਈ ਵੈਕਸੀਨ ਲਗਾ ਲਓ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਬਹਾਨੇਬਾਜ਼ੀ ਇੱਕ ਇਹੋ ਜਿਹੀ ਬਿਮਾਰੀ ਹੈ ਜੋ ਇਨਸਾਨ ਨੂੰ ਜ਼ਿੰਦਗੀ ਭਰ ਸਫਲ ਨਹੀਂ ਹੋਣ ਦਿੰਦੀ।
ਬਹਾਨੇਬਾਜ਼ੀ ਦੀ ਬਿਮਾਰੀ ਕਈ ਪ੍ਰਕਾਰ ਦੀ ਹੁੰਦੀ ਹੈ, ਪਰ ਮੋٹے ਤੌਰ ਤੇ 4 ਪ੍ਰਕਾਰ ਦੀ ਹੁੰਦੀ ਹੈ। ਸਿਹਤ ਦੀ ਬਹਾਨੇਬਾਜ਼ੀ, ਬੁੱਧੀ ਦੀ ਬਹਾਨੇਬਾਜ਼ੀ, ਉਮਰ ਦੀ ਬਹਾਨੇਬਾਜ਼ੀ ਤੇ ਕਿਸਮਤ ਦੀ ਬਹਾਨੇਬਾਜ਼ੀ। ਆਓ ਅਸੀਂ ਵੇਖੀਏ ਕਿ ਇਹਨਾਂ ਸਾਰਿਆਂ ਤੋਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ। ਬਹਾਨੇਬਾਜ਼ੀ ਦੇ 4 ਸਭ ਤੋਂ ਵੱਧ ਪ੍ਰਚਲਿਤ। ਪਹਿਲਾ, ਮੈਂ ਕੀ ਕਰਾਂ, ਮੇਰੀ ਸਿਹਤ ਹੀ ਠੀਕ ਨਹੀਂ ਰਹਿੰਦੀ। ਇਹ ਸਿਹਤ ਦੀ ਬਹਾਨੇਬਾਜ਼ੀ ਹੈ, ਪਰ ਸਿਹਤ ਦੀ ਬਹਾਨੇਬਾਜ਼ੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਕਈ ਲੋਕ ਬਿਨਾਂ ਕਿਸੇ ਬਿਮਾਰੀ ਦਾ ਜ਼ਿਕਰ ਕੀਤੇ ਇਸ ਤਰ੍ਹਾਂ ਹੀ ਰਹਿੰਦੇ ਹੈ, ਇਸ ਤਰ੍ਹਾਂ ਹੀ ਕਹਿੰਦੇ ਹੈ, ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ। ਜਦੋਂ ਕਈ ਲੋਕ ਆਪਣੀ ਬਿਮਾਰੀ ਦਾ ਨਾਂ ਜ਼ੋਰ ਲਾ ਕੇ ਕਹਿੰਦੇ ਹੈ ਤੇ ਫਿਰ ਵਿਸਥਾਰ ਨਾਲ ਤੁਹਾਨੂੰ ਦੱਸਣਗੇ ਕਿ ਉਹਨਾਂ ਨਾਲ ਕੀ ਗੜਬੜ ਹੈ। ਬੁਰੀ ਸਿਹਤ ਨੂੰ ਲੈ ਕੇ 1000 ਬਹਾਨੇ ਬਣਾਏ ਜਾ ਸਕਦੇ ਆ ਤੇ ਉਹਨਾਂ ਨਾਲ ਇਹ ਸਿੱਧ ਵੀ ਕੀਤਾ ਜਾ ਸਕਦਾ ਹੈ ਕਿ ਆਪਣੀ ਬਿਮਾਰੀ ਦੇ ਕਾਰਨ ਹੀ ਉਹ ਬੰਦਾ ਉਹ ਨਹੀਂ ਕਰ ਪਾ ਰਿਹਾ ਜਿਹਨੂੰ ਉਹ ਕਰਨਾ ਚਾਹੁੰਦਾ ਹੈ। ਆਪਣੀ ਬਿਮਾਰੀ ਦੇ ਕਾਰਨ ਹੀ ਉਹ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਚੁੱਕ ਪਾ ਰਿਹਾ, ਇਸੇ ਕਾਰਨ ਉਹ ਜ਼ਿਆਦਾ ਪੈਸੇ ਨਹੀਂ ਕਮਾ ਰਿਹਾ, ਇਸੇ ਕਾਰਨ ਉਹ ਸਫਲ ਵੀ ਨਹੀਂ ਹੋ ਪਾ ਰਿਹਾ। ਲੱਖਾਂ ਕਰੋੜਾਂ ਲੋਕ ਸਿਹਤ ਦੇ ਬਹਾਨੇਬਾਜ਼ੀ ਤੋਂ ਦੁਖੀ ਰਹਿੰਦੇ ਆ, ਪਰ ਕੀ ਜ਼ਿਆਦਾਤਰ ਮਾਮਲਿਆਂ 'ਚ ਸਿਰਫ ਬਹਾਨਾ ਨਹੀਂ ਹੁੰਦਾ? ਜ਼ਰਾ ਇੱਕ ਪਲ ਲਈ ਸੋਚੋ ਕਿ ਬੇਹੱਦ ਸਫਲ ਬੰਦੇ ਦੀ ਆਪਣੀ ਸਿਹਤ ਦਾ ਰੋਣਾ ਰੋ ਸਕਦੇ ਹਨ, ਪਰ ਉਹਨਾਂ ਨੇ ਇਸ ਤਰ੍ਹਾਂ ਕਦੇ ਕੀਤਾ ਵੀ ਨਹੀਂ। ਤੁਸੀਂ ਵੀ ਇਹੋ ਜਿਹੇ ਕਈ ਸਫਲ ਲੋਕਾਂ ਨੂੰ ਜਾਣਦੇ ਹੋਗੇ। ਉਹਨਾਂ ਦੇ ਬਾਰੇ ਸੋਚੋ ਕਿ ਆਪਣੀ ਖਰਾਬ ਸਿਹਤ ਦਾ ਬਹਾਨਾ ਕਿਉਂ ਨਹੀਂ ਬਣਾਉਂਦੇ। ਤੁਸੀਂ ਜ਼ਰੂਰ ਇਸ ਨਤੀਜੇ ਤੇ ਪੁੱਜ ਜਾਓਗੇ ਕਿ ਸਫਲ ਲੋਕ ਕੇਵਲ ਇਸ ਲਈ ਇਹ ਬਹਾਨਾ ਨਹੀਂ ਬਣਾਉਂਦੇ ਕਿਉਂਕਿ ਜਿਹੜਾ ਬਹਾਨਾ ਬਣਾਉਂਦਾ ਹੈ ਉਹ ਕਦੇ ਵੀ ਸਫਲ ਨਹੀਂ ਹੁੰਦਾ। ਮੇਰਾ ਡਾਕਟਰ ਮਿੱਤਰ ਮੈਨੂੰ ਦੱਸਦਾ ਹੈ ਕਿ ਇਸ ਦੁਨੀਆ 'ਚ ਕੋਈ ਵੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੁੰਦਾ। ਹਰ ਇੱਕ ਦੇ ਨਾਲ ਕੋਈ ਨਾ ਕੋਈ ਸਿਹਤ ਸੰਬੰਧੀ ਸਮੱਸਿਆ ਹੁੰਦੀ ਹੈ। ਕੁਝ ਹੱਦ ਤੱਕ ਜਾਂ ਕਾਫੀ ਹੱਦ ਤੱਕ ਸਿਹਤ ਦੀ ਬਹਾਨੇਬਾਜ਼ੀ ਦੇ ਸਾਹਮਣੇ ਗੋਡੇ ਟੇਕ ਦਿੰਦੇ ਆ, ਜਦਕਿ ਸਫਲਤਾ ਚਾਹੁਣ ਵਾਲੇ ਲੋਕ ਇਸ ਤਰ੍ਹਾਂ ਨਹੀਂ ਕਰਦੇ। ਮੇਰੇ ਨਾਲ ਇੱਕੇ ਦਿਨ 'ਚ 2 ਘਟਨਾਵਾਂ ਹੋਈਆਂ ਜਿਨ੍ਹਾਂ ਤੋਂ ਮੈਨੂੰ ਇਹ ਸਿੱਖਣ ਨੂੰ ਮਿਲਿਆ ਕਿ ਤੁਹਾਡਾ ਸਿਹਤ ਦੇ ਬਾਰੇ ਠੀਕ ਤੇ ਗਲਤ ਨਜ਼ਰੀਆ ਕੀ ਹੁੰਦਾ ਹੈ। ਕਲੀਵਲੈਂਡ ਵਿੱਚ ਮੇਰੇ ਭਾਸ਼ਣ ਤੋਂ ਬਾਅਦ 30 ਸਾਲ ਦਾ ਇੱਕ ਆਦਮੀ ਮੈਨੂੰ ਇਕਾਂਤ 'ਚ ਮਿਲਿਆ। ਉਹਨੇ ਕਿਹਾ ਕਿ ਉਹਨੂੰ ਭਾਸ਼ਣ ਤਾਂ ਬਹੁਤ ਵਧੀਆ ਲੱਗਿਆ, ਪਰ ਉਹਨੇ ਇਹ ਵੀ ਕਿਹਾ, ਪਰ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਵਿਚਾਰਾਂ ਨਾਲ ਮੈਨੂੰ ਕੁਝ ਫਾਇਦਾ ਹੋ ਸਕਦਾ ਹੈ। ਉਹਨੇ ਦੱਸਿਆ ਮੈਨੂੰ ਦਿਲ ਦਾ ਰੋਗ ਹੈ ਤੇ ਮੈਨੂੰ ਆਪਣੇ ਆਪ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਦੇ ਬਾਅਦ ਉਹਨੇ ਮੈਨੂੰ ਇਹ ਵੀ ਦੱਸਿਆ ਕਿ ਉਹ 4 ਡਾਕਟਰਾਂ ਦੇ ਕੋਲ ਜਾ ਚੁੱਕਿਆ ਹੈ, ਪਰ ਡਾਕਟਰ ਉਹਦੇ ਦਿਲ 'ਚ ਕੋਈ ਬਿਮਾਰੀ ਨਹੀਂ ਲੱਭ ਸਕੇ। ਉਹਨੇ ਮੈਨੂੰ ਪੁੱਛਿਆ ਕਿ ਇਸ ਤਰ੍ਹਾਂ ਦੇ ਹਾਲਾਤਾਂ 'ਚ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਂ ਜਵਾਬ ਦਿੱਤਾ, ਮੈਂ ਦਿਲ ਦੇ ਰੋਗ ਬਾਰੇ ਤਾਂ ਕੁਝ ਨਹੀਂ ਜਾਣਦਾ, ਪਰ ਇੱਕ ਆਮ ਆਦਮੀ ਦੇ ਰੂਪ 'ਚ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਇਹਨਾਂ ਹਾਲਤਾਂ ਵਿੱਚ ਮੈਂ ਕੀ ਕਰਦਾ। ਪਹਿਲੀ ਗੱਲ ਤਾਂ ਇਹ ਕਿ ਮੈਂ ਸਭ ਤੋਂ ਵਧੀਆ ਦਿਲ ਦੇ ਰੋਗ ਦੇ ਇਲਾਜ ਦੇ ਮਾਹਰ ਡਾਕਟਰ ਕੋਲ ਜਾਂਦਾ, ਉਹਦੀ ਸਲਾਹ ਨੂੰ ਅੰਤਿਮ ਮੰਨ ਲੈਂਦਾ ਤੇ ਤੁਸੀਂ ਪਹਿਲਾਂ ਹੀ 4 ਡਾਕਟਰਾਂ ਤੋਂ ਚੈੱਕਅਪ ਕਰਵਾ ਲਿਆ ਤੇ ਉਹਨਾਂ ਨੂੰ ਤੁਹਾਡੇ ਦਿਲ 'ਚ ਕੋਈ ਖਰਾਬੀ ਨਜ਼ਰ ਨਹੀਂ ਆਈ, ਤਾਂ ਹੁਣ 5ਵੇਂ ਡਾਕਟਰ ਦਾ ਨਿਰਣਾ ਤੁਹਾਨੂੰ ਮੰਨ ਲੈਣਾ ਚਾਹੀਦਾ ਹੈ। ਹੋ ਸਕਦਾ ਹੈ ਤੁਹਾਡੇ ਦਿਲ 'ਚ ਕੋਈ ਰੋਗ ਨਾ ਹੋਵੇ ਤੇ ਇਹ ਸਿਰਫ ਤੁਹਾਡੇ ਮਨ ਦਾ ਵਹਿਮ ਹੋਵੇ, ਪਰ ਜੇਕਰ ਤੁਸੀਂ ਇਹਦੀ ਚਿੰਤਾ ਕਰੋਗੇ ਤਾਂ ਇੱਕ ਨਾ ਇੱਕ ਦਿਨ ਤੁਹਾਨੂੰ ਸੱਚਮੁੱਚ ਹੀ ਦਿਲ ਦਾ ਰੋਗ ਹੋ ਜਾਏਗਾ। ਜੇ ਤੁਸੀਂ ਬਿਮਾਰੀ ਦੇ ਬਾਰੇ ਸੋਚਦੇ ਰਹੋਗੇ, ਇਹਨੂੰ ਲੱਭਦੇ ਰਹੋਗੇ, ਇਹਦੀ ਚਿੰਤਾ ਕਰਦੇ ਰਹੋਗੇ, ਤਾਂ ਆਖਿਰਕਾਰ ਤੁਹਾਨੂੰ ਇਸੇ ਕਾਰਨ ਹੀ ਬਿਮਾਰੀ ਹੋ ਜਾਏਗੀ। ਤੇ ਮੈਂ ਤੁਹਾਨੂੰ ਦੂਜੀ ਸਲਾਹ ਇਹ ਦੇਣਾ ਚਾਹੁੰਦਾ ਕਿ ਤੁਸੀਂ ਡਾਕਟਰ ਸ਼ਿੰਡਲਰ ਦੀ ਮਹਾਨ ਪੁਸਤਕ How to Live 365 Days a Year ਪੜ੍ਹੋ। ਡਾਕਟਰ ਸ਼ਿੰਡਲਰ ਇਸ ਪੁਸਤਕ 'ਚ ਦੱਸਦੇ ਹਨ ਕਿ ਹਸਪਤਾਲ ਵਿੱਚ ਜੋ ਮਰੀਜ਼ ਭਰਤੀ ਹੁੰਦੇ ਹਨ ਉਹਨਾਂ 'ਚੋਂ 3/4 ਲੋਕਾਂ ਨੂੰ ਦਰਅਸਲ ਕੋਈ ਸਰੀਰਕ ਬਿਮਾਰੀ ਹੁੰਦੀ ਹੀ ਨਹੀਂ। ਉਹਨਾਂ ਦੀ ਬਿਮਾਰੀ ਦਾ ਅਸਲੀ ਕਾਰਨ ਮਾਨਸਿਕ ਜਾਂ ਭਾਵਨਾਤਮਕ ਹੁੰਦਾ ਹੈ। ਜ਼ਰਾ ਸੋਚੋ, ਸਾਡੇ ਦੇਸ਼ ਦੇ 3/4 ਲੋਕ ਸਿਰਫ ਇਸ ਲਈ ਹਸਪਤਾਲਾਂ ਤੇ ਬਿਸਤਰਿਆਂ ਤੇ ਪਏ ਹੋਏ ਆ ਕਿਉਂਕਿ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ 'ਚ ਨਹੀਂ ਰੱਖ ਪਾਉਂਦੇ। ਡਾਕਟਰ ਸ਼ਿੰਡਲਰ ਦੀ ਪੁਸਤਕ ਪੜ੍ਹੋ ਤੇ ਇਹ ਤੋਂ ਬਾਅਦ ਭਾਵਨਾਵਾਂ ਨੂੰ ਮੈਨੇਜ ਕਰਨਾ ਸਿੱਖੋ। ਤੀਜੀ ਗੱਲ ਇਹ ਹੈ ਕਿ ਮੈਂ ਤਦ ਤੱਕ ਜਿੰਦਾ ਦਿਲ ਬਣੇ ਰਹਿਣ ਦਾ ਨਿਸ਼ਚਾ ਕਰਾਂਗਾ ਜਦ ਤੱਕ ਮੈਂ ਮਰ ਨਾ ਜਾਵਾਂ। ਫਿਰ ਮੈਂ ਇਸ ਪਰੇਸ਼ਾਨ ਆਦਮੀ ਨੂੰ ਉਹੀ ਸਲਾਹ ਦਿੱਤੀ ਜੋ ਮੇਰੇ ਵਕੀਲ ਦੋਸਤ ਨੇ ਮੈਨੂੰ ਕਈ ਸਾਲ ਪਹਿਲਾਂ ਦਿੱਤੀ ਸੀ। ਵਕੀਲ ਦੋਸਤ ਨੂੰ TB ਸੀ, ਪਰ ਇਹਦੇ ਬਾਵਜੂਦ ਉਹ ਵਕਾਲਤ ਕਰਦਾ ਰਿਹਾ, ਆਪਣੇ ਪਰਿਵਾਰ ਦਾ ਮੁਖੀਆ ਬਣਿਆ ਰਿਹਾ ਤੇ ਜੀਵਨ ਦਾ ਪੂਰਾ ਆਨੰਦ ਲਿਆ। ਹੁਣ ਮੇਰੇ ਵਕੀਲ ਦੋਸਤ ਦੀ ਉਮਰ 78 ਸਾਲ ਹੈ।
ਉਹਨੇ ਆਪਣੀ ਫਿਲਾਸਫੀ ਦੱਸੀ, ਮੈਂ ਤਦ ਤੱਕ ਜਿੰਦਾ ਦਿਲ ਰਹਾਂਗਾ ਜਦ ਤੱਕ ਮੈਂ ਮਰ ਨਾ ਜਾਵਾਂ। ਮੈਂ ਜ਼ਿੰਦਗੀ ਤੇ ਮੌਤ ਨੂੰ ਲੈ ਕੇ ਫालतू ਚਿੰਤਾ ਨਹੀਂ ਕਰਾਂਗਾ। ਜਦ ਤੱਕ ਮੈਂ ਇਸ ਧਰਤੀ ਤੇ ਹਾਂ ਤਦ ਤੱਕ ਮੈਂ ਜਿੰਦਾ, ਤੇ ਮੈਂ ਅਧੂਰੀ ਜ਼ਿੰਦਗੀ ਕਿਉਂ ਜੀਵਾਂ। ਮੌਤ ਬਾਰੇ ਚਿੰਤਾ ਕਰਨ 'ਚ ਆਦਮੀ ਜਿੰਨਾ ਸਮਾਂ ਬਰਬਾਦ ਕਰਦਾ ਹੈ ਉਨੇ ਸਮੇਂ ਤੱਕ ਤਾਂ ਉਹ ਅਸਲ 'ਚ ਮੁਰਦਾ ਹੀ ਹੁੰਦਾ ਹੈ। ਮੈਨੂੰ ਇਸ ਨੁਕਤੇ ਤੇ ਚਰਚਾ ਖਤਮ ਕਰਨੀ ਪਈ ਕਿਉਂਕਿ ਮੈਂ ਡਿਟਰਾਇਟ ਜਾਣ ਵਾਲੀ ਫਲਾਈਟ ਫੜਨੀ ਸੀ। ਫਲਾਈਟ ਵਿੱਚ ਦੂਜਾ ਅਜੀਬੋ-ਗਰੀਬ ਪਰ ਵਧੀਆ ਤਜਰਬਾ ਹੋਇਆ। ਜਦ ਹਵਾਈ ਜਹਾਜ਼ ਅਸਮਾਨ 'ਚ ਪੁੱਜਿਆ ਤਾਂ ਮੈਂ ਟਿਕ ਟਿਕ ਦੀ ਆਵਾਜ਼ ਸੁਣੀ। ਹੈਰਾਨੀ ਨਾਲ ਮੈਂ ਆਪਣੇ ਗੁਆਂਢ ਬੈਠੇ ਬੰਦੇ ਵੱਲ ਵੇਖਿਆ ਜਿਹਦੇ ਕੋਲੋਂ ਉਹ ਆਵਾਜ਼ ਆ ਰਹੀ ਸੀ। ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ ਤਾਂ ਉਹਨੇ ਕਿਹਾ, ਡਰੋ ਨਹੀਂ, ਮੇਰੇ ਕੋਲ ਕੋਈ ਬੰਬ ਨਹੀਂ ਹੈ, ਇਹ ਤੇ ਮੇਰਾ ਦਿਲ ਧੜਕ ਰਿਹਾ ਹੈ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ। ਇਸੇ ਕਰਕੇ ਉਹਨੇ ਮੈਨੂੰ ਆਪਣੀ ਸਾਰੀ ਕਹਾਣੀ ਸੁਣਾਈ। ਕੇਵਲ 21 ਦਿਨ ਪਹਿਲਾਂ ਉਹਦਾ ਆਪਰੇਸ਼ਨ ਹੋਇਆ ਸੀ, ਜਿਸ ਰਾਹੀਂ ਉਹਦੇ ਦਿਲ 'ਚ ਇੱਕ ਪਲਾਸਟਿਕ ਵਾਲ ਫਿੱਟ ਕੀਤਾ ਗਿਆ ਸੀ। ਉਹਨੇ ਦੱਸਿਆ ਕਿ ਟਿਕ ਟਿਕ ਦੀ ਆਵਾਜ਼ ਕਈ ਮਹੀਨਿਆਂ ਤੱਕ ਆਉਂਦੀ ਰਹੇਗੀ, ਜਦੋਂ ਤੱਕ ਕਿ ਨਕਲੀ ਵਾਲ ਤੇ ਨਵਾਂ ਉਤਕ ਪੈਦਾ ਨਹੀਂ ਹੋ ਜਾਂਦਾ। ਮੈਨੂੰ ਪੁੱਛਿਆ ਕਿ ਹੁਣ ਉਹ ਕੀ ਕਰਨ ਵਾਲਾ ਹੈ। ਦੱਸਾਂ? ਉਹਨੇ ਕਿਹਾ, ਮੇਰੀਆਂ ਬੜੀਆਂ ਯੋਜਨਾਵਾਂ ਹਨ। ਮਿਨੇਸੋਟਾ ਪੁੱਜ ਕੇ ਮੈਂ ਵਕਾਲਤ ਪੜਾਂਗਾ। ਸ਼ਾਇਦ ਮੈਨੂੰ ਕਿਸੇ ਦਿਨ ਸਰਕਾਰੀ ਨੌਕਰੀ ਵੀ ਮਿਲ ਜਾਏ। ਡਾਕਟਰਾਂ ਨੇ ਮੈਨੂੰ ਕਿਹਾ ਕਿ ਮੈਨੂੰ ਪਹਿਲੇ ਕੁਝ ਮਹੀਨਿਆਂ ਤੱਕ ਸਾਵਧਾਨੀ ਰੱਖਣੀ ਪਏਗੀ, ਪਰ ਕੁਝ ਮਹੀਨਿਆਂ ਬਾਅਦ ਮੇਰਾ ਦਿਲ ਬਿਲਕੁਲ ਪਹਿਲੇ ਵਰਗਾ ਹੋ ਜਾਏਗਾ। ਤਾਂ ਇਹ ਰਹੇ ਸਿਹਤ ਸੰਬੰਧੀ ਸਮੱਸਿਆਵਾਂ ਦੇ ਬਾਰੇ ਦੋ ਵੱਖ-ਵੱਖ ਨਜ਼ਰੀਏ। ਪਹਿਲਾ ਬੰਦਾ ਤਾਂ ਇਹ ਜਾਣਦਾ ਵੀ ਨਹੀਂ ਸੀ ਕਿ ਉਹਨੂੰ ਕੋਈ ਬਿਮਾਰੀ ਸੀ ਜਾਂ ਨਹੀਂ। ਇਹਦੇ ਬਾਵਜੂਦ ਉਹ ਫਿਕਰਮੰਦ ਸੀ, ਪਰੇਸ਼ਾਨ ਸੀ, ਹਾਰਨ ਦੀ ਰਾਹ ਤੇ ਉਹ ਜਾ ਰਿਹਾ ਸੀ, ਅੱਗੇ ਨਾ ਵਧਣ ਦੇ ਬਹਾਨੇ ਬਣਾ ਰਿਹਾ ਸੀ। ਤੇ ਦੂਜੇ ਬੰਦੇ ਦਾ ਹੁਣੇ ਇੱਕ ਬਹੁਤ ਵੱਡਾ ਆਪਰੇਸ਼ਨ ਹੋਇਆ ਸੀ, ਫਿਰ ਵੀ ਉਹ ਕੁਝ ਨਵਾਂ ਕਰਨ ਲਈ ਉਤਸ਼ਾਹੀ ਸੀ, ਆਸ਼ਾਵਾਦੀ ਸੀ। ਆਪਣੀ ਸਿਹਤ ਬਾਰੇ ਦੋਨਾਂ ਦੀ ਸੋਚ ਵਿੱਚ ਕਿੰਨਾ ਵੱਡਾ ਫਰਕ ਸੀ। ਸਿਹਤ ਦੀ ਬਹਾਨੇਬਾਜ਼ੀ ਦਾ ਮੈਨੂੰ ਨਿੱਜੀ ਅਨੁਭਵ ਵੀ ਹੈ। ਮੈਨੂੰ ਡਾਇਬਟੀਜ਼ ਹੈ। ਜਦ ਮੈਨੂੰ ਇਹ ਬਿਮਾਰੀ ਹੋਈ ਕੋਈ 5000 ਇੰਜੈਕਸ਼ਨ ਪਹਿਲਾਂ, ਤਾਂ ਡਾਕਟਰਾਂ ਨੇ ਮੈਨੂੰ ਇਹ ਹਦਾਇਤ ਦਿੱਤੀ, ਡਾਇਬਟੀਜ਼ ਇੱਕ ਸਰੀਰਕ ਬਿਮਾਰੀ ਹੈ, ਪਰ ਜੇਕਰ ਇਸ ਬਾਰੇ ਤੁਹਾਡਾ ਨਜ਼ਰੀਆ ਨਕਾਰਾਤਮਕ ਰਹੇਗਾ ਤਾਂ ਤੁਸੀਂ ਬਹੁਤ ਪਰੇਸ਼ਾਨ ਰਹੋਗੇ ਤੇ ਤੁਹਾਡੀ ਇਹ ਬਿਮਾਰੀ ਵੱਧ ਸਕਦੀ ਹੈ, ਤੇ ਜੇਕਰ ਤੁਸੀਂ ਇਹਦੇ ਬਾਰੇ ਫਿਕਰ ਕਰਦੇ ਰਹੋਗੇ ਤਾਂ ਤੁਹਾਡੀ ਜ਼ਿੰਦਗੀ ਨਰਕ ਬਣ ਸਕਦੀ ਹੈ। ਡਾਇਬਟੀਜ਼ ਹੋਣ ਤੋਂ ਬਾਅਦ ਮੈਂ ਇਸ ਮਰਜ਼ ਦੇ ਕਈ ਮਰੀਜ਼ਾਂ ਦੇ ਨਾਲ ਸੰਪਰਕ ਵਿੱਚ ਆਇਆ। ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਬਿਮਾਰੀ ਦੇ ਬਾਰੇ ਲੋਕਾਂ ਵਿੱਚ ਕਿੰਨੇ ਵਿਰੋਧਾਭਾਸੀ ਵਿਚਾਰ ਹੁੰਦੇ ਹਨ। ਇੱਕ ਆਦਮੀ ਨੂੰ ਇਸ ਬਿਮਾਰੀ ਦਾ ਆਰੰਭਕ ਦੌਰ ਹੈ, ਉਹ ਇਹਨੂੰ ਲੈ ਕੇ ਬੜਾ ਪਰੇਸ਼ਾਨ ਰਹਿੰਦਾ ਹੈ। ਥੋੜਾ ਜਿਹਾ ਮੌਸਮ ਬਦਲਦੇ ਉਹ ਘਬਰਾ ਜਾਂਦਾ ਹੈ, ਮੂਰਖਤਾਪੂਰਨ ਤੌਰ ਤੇ ਆਪਣੇ ਆਪ ਨੂੰ ਲਬਾਦੇ 'ਚ ਲੁਕਾ ਲੈਂਦਾ ਹੈ। ਉਹਨੂੰ ਇਨਫੈਕਸ਼ਨ ਤੋਂ ਇੰਨਾ ਡਰ ਲੱਗਦਾ ਹੈ ਕਿ ਉਹ ਸਰਦੀ ਖਾਂਸੀ ਵਾਲੇ ਆਦਮੀ ਨੂੰ ਵੇਖਦੇ ਸਾਰੀ ਦੌੜ ਜਾਂਦਾ ਹੈ। ਉਹ ਡਰਦਾ ਹੈ ਕਿ ਕਿਤੇ ਉਹ ਜ਼ਿਆਦਾ ਮਿਹਨਤ ਨਾ ਕਰ ਲਏ, ਇਸ ਲਈ ਉਹ ਕੁਝ ਵੀ ਨਹੀਂ ਕਰਦਾ। ਉਹਦਾ ਜ਼ਿਆਦਾਤਰ ਸਮਾਂ ਤੇ ਮਾਨਸਿਕ ਊਰਜਾ ਇਸੇ ਚਿੰਤਾ 'ਚ ਬਰਬਾਦ ਹੁੰਦੇ ਹਨ ਕਿ ਉਹਦੇ ਨਾਲ ਕੀ ਬੁਰਾ ਹੋ ਸਕਦਾ ਹੈ ਤੇ ਕਿੰਨਾ। ਉਹ ਦੂਜੇ ਲੋਕਾਂ ਨੂੰ ਆਪਣੀ ਭਿਆਨਕ ਬਿਮਾਰੀ ਦੀਆਂ ਸੱਚੀਆਂ ਝੂਠੀਆਂ ਕਹਾਣੀਆਂ ਸੁਣਾ ਕੇ ਬੋਰ ਕਰਦਾ ਰਹਿੰਦਾ ਹੈ। ਦਰਅਸਲ ਉਹਦੀ ਅਸਲੀ ਬਿਮਾਰੀ ਡਾਇਬਟੀਜ਼ ਨਹੀਂ ਹੈ, ਉਹ ਤਾਂ ਸਿਹਤ ਦੀ ਬਹਾਨੇਬਾਜ਼ੀ ਨਾਲ ਪੀੜਤ ਹੈ। ਉਹ ਬਿਮਾਰੀ ਨੂੰ ਅਸਫਲਤਾ ਦੇ ਬਹਾਨੇ ਵਾਂਗ ਇਸਤੇਮਾਲ ਕਰ ਰਿਹਾ ਹੈ। ਕਿਉਂ? ਕਿਉਂਕਿ ਉਹ ਲੋਕਾਂ ਦੀ ਹਮਦਰਦੀ ਹਾਸਲ ਕਰਨਾ ਚਾਹੁੰਦਾ ਹੈ। ਤੇ ਦੂਜੇ ਪਾਸੇ ਇੱਕ ਵੱਡੀ ਪ੍ਰਕਾਸ਼ਕ ਫਰਮ ਦਾ ਡਿਵੀਜ਼ਨਲ ਮੈਨੇਜਰ ਹੈ ਜਿਹੜਾ ਡਾਇਬਟੀਜ਼ ਦਾ ਗੰਭੀਰ ਰੋਗੀ ਹੈ। ਉਹ ਉੱਤੇ ਦੱਸੇ ਮਰੀਜ਼ ਤੋਂ 30 ਗੁਣਾ ਜ਼ਿਆਦਾ ਇਨਸੂਲਿਨ ਲੈਂਦਾ ਹੈ, ਪਰ ਉਹ ਬਿਮਾਰਾਂ ਵਾਂਗ ਨਹੀਂ ਜਿਉਂਦਾ। ਉਹਨੂੰ ਆਪਣੇ ਕੰਮ ਨੂੰ ਕਰਨ 'ਚ ਮਜ਼ਾ ਆਉਂਦਾ ਹੈ ਤੇ ਉਹ ਜ਼ਿੰਦਗੀ ਦਾ ਪੂਰਾ ਰਸ ਪੀਣਾ ਚਾਹੁੰਦਾ ਹੈ। ਇੱਕ ਦਿਨ ਉਹਨੇ ਮੈਨੂੰ ਕਿਹਾ, ਵੇਖਿਆ ਜਾਏ ਤਾਂ ਡਾਇਬਟੀਜ਼ ਇੱਕ ਸਮੱਸਿਆ ਤਾਂ ਹੈ, ਪਰ ਦਾੜੀ ਬਣਾਉਣਾ ਵੀ ਤੇ ਇੱਕ ਸਮੱਸਿਆ ਹੈ, ਤੇ ਮੈਂ ਇਸ ਬਾਰੇ ਚਿੰਤਾ ਕਰ ਕਰਕੇ ਸੱਚਮੁੱਚ ਬਿਮਾਰ ਨਹੀਂ ਪੈਣਾ ਚਾਹੁੰਦਾ। ਜਦ ਮੈਂ ਇਨਸੂਲਿਨ ਦਾ ਇੰਜੈਕਸ਼ਨ ਲੈਂਦਾ ਹਾਂ ਤਾਂ ਮੈਂ ਆਪਣੀ ਬਿਮਾਰੀ ਨੂੰ ਨਹੀਂ ਕੋਸਦਾ, ਬਲਕਿ ਉਸ ਆਦਮੀ ਨੂੰ ਅਸੀਸਾਂ ਦਿੰਦਾ ਜਿਹਨੇ ਇਨਸੂਲਿਨ ਦੀ ਖੋਜ ਕੀਤੀ ਸੀ। ਮੇਰਾ ਇੱਕ ਬਹੁਤ ਚੰਗਾ ਦੋਸਤ 1945 'ਚ ਜਦੋਂ ਜੰਗ ਤੋਂ ਮੁੜਿਆ ਤਾਂ ਉਹਦਾ ਇੱਕ ਹੱਥ ਕੱਟਿਆ ਹੋਇਆ ਸੀ। ਇਹਦੇ ਬਾਵਜੂਦ ਜਾਨ ਸਦਾ ਮੁਸਕਰਾਉਂਦਾ ਰਹਿੰਦਾ ਸੀ, ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਦਾ ਰਹਿੰਦਾ ਸੀ। ਮੈਂ ਜਿੰਨੇ ਵੀ ਆਸ਼ਾਵਾਦੀ ਲੋਕਾਂ ਨੂੰ ਜਾਣਦਾ, ਜਾਨ ਉਹਨਾਂ ਸਾਰਿਆਂ ਤੋਂ ਵੱਧ ਆਸ਼ਾਵਾਦੀ ਹੈ। ਇੱਕ ਦਿਨ ਮੈਂ ਉਹਦੇ ਕੱਟੇ ਹੋਏ ਹੱਥ ਬਾਰੇ ਲੰਮੀ ਚਰਚਾ ਕੀਤੀ। ਉਹਨੇ ਕਿਹਾ, ਮੇਰਾ ਸਿਰਫ ਇੱਕ ਹੱਥ ਨਹੀਂ ਹੈ। ਇਹ ਸਹੀ ਗੱਲ ਹੈ ਕਿ ਦੋ ਹੱਥ ਹਮੇਸ਼ਾ ਇੱਕ ਹੱਥ ਤੋਂ ਚੰਗੇ ਹੁੰਦੇ ਹਨ, ਪਰ ਪੂਰੇ ਸਰੀਰ ਨੂੰ ਬਚਾਉਣ ਲਈ ਜੇਕਰ ਇੱਕ ਹੱਥ ਨੂੰ ਵੱਢਣਾ ਪਏ ਤਾਂ ਇਹ ਮਹਿੰਗਾ ਸੌਦਾ ਨਹੀਂ ਹੋਏਗਾ।
ਤੇ ਫਿਰ ਮੇਰੀ ਜੀਵਨ ਸ਼ਕਤੀ ਤਾਂ ਹੁਣ ਵੀ 100% ਹੀ ਬਚੀ ਹੋਈ ਹੈ। ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੈਂ ਜਿੰਦਾ ਤੇ ਮੇਰੀ ਪੂਰੀ ਜੀਵਨ ਸ਼ਕਤੀ ਹੁਣ ਵੀ ਬਚੀ ਹੋਈ ਹੈ। ਮੇਰਾ ਇੱਕ ਹੋਰ ਅਪੰਗ ਦੋਸਤ ਇੱਕ ਬਿਹਤਰੀਨ ਗੋਲਫਰ ਹੈ। ਇੱਕ ਦਿਨ ਮੈਂ ਉਹਨੂੰ ਪੁੱਛਿਆ ਕਿ ਉਹ ਕੇਵਲ ਇੱਕ ਹੱਥ ਨਾਲ ਇੰਨਾ ਚੰਗਾ ਕਿਸ ਤਰ੍ਹਾਂ ਖੇਡ ਲੈਂਦਾ ਹੈ, ਜਦਕਿ ਦੋਨਾਂ ਹੱਥਾਂ ਨਾਲ ਖੇਡਣ ਵਾਲੇ ਜ਼ਿਆਦਾਤਰ ਗੋਲਫਰ ਉਹਦੇ ਮੁਕਾਬਲੇ ਚੰਗਾ ਨਹੀਂ ਖੇਡ ਪਾਉਂਦੇ। ਉਹਨੇ ਮੇਰੀ ਗੱਲ ਦਾ ਜ਼ੋਰਦਾਰ ਜਵਾਬ ਦਿੱਤਾ, ਇਹ ਮੇਰਾ ਅਨੁਭਵ ਰਿਹਾ ਹੈ ਕਿ ਸਹੀ ਰਵੱਈਏ ਤੇ ਇੱਕ ਬਾਂਹ ਵਾਲਾ ਆਦਮੀ ਗਲਤ ਰਵੱਈਏ ਤੇ ਦੋਵੇਂ ਬਾਹਾਂ ਵਾਲੇ ਆਦਮੀ ਨੂੰ ਹਰਾ ਸਕਦਾ ਹੈ। ਇਸ ਬਾਰੇ ਕੁਝ ਦੇਰ ਸੋਚੋ। ਇਹ ਨਾ ਸਿਰਫ ਗੋਲਫ ਦੇ ਮੈਦਾਨ 'ਚ ਸੱਚ ਹੈ, ਬਲਕਿ ਜ਼ਿੰਦਗੀ ਦੇ ਹਰ ਖੇਤਰ 'ਚ ਸੱਚ ਹੈ। ਸਿਹਤ ਦੀ ਬਹਾਨੇਬਾਜ਼ੀ ਤੋਂ ਬਚਣ ਦੇ 4 ਤਰੀਕੇ। ਸਿਹਤ ਦੀ ਬਹਾਨੇਬਾਜ਼ੀ ਤੋਂ ਬਚਣ ਦੇ ਸਰਵਸ਼੍ਰੇਸ਼ਠ ਵੈਕਸੀਨ ਦੇ 4 ਡੋਜ਼ ਹਨ। ਪਹਿਲਾ, ਆਪਣੀ ਸਿਹਤ ਬਾਰੇ ਗੱਲ ਨਾ ਕਰੋ। ਤੁਸੀਂ ਕਿਸੇ ਬਿਮਾਰੀ ਬਾਰੇ ਜਿੰਨੀਆਂ ਜ਼ਿਆਦਾ ਗੱਲਾਂ ਕਰੋਗੇ, ਚਾਹੇ ਉਹ ਆਮ ਜਿਹੀ ਸਰਦੀ ਕਿਉਂ ਨਾ ਹੋਵੇ, ਉਹ ਬਿਮਾਰੀ ਉਨੀ ਵੱਧਦੀ ਜਾਏਗੀ। ਬੁਰੀ ਸਿਹਤ ਬਾਰੇ ਗੱਲ ਕਰਨਾ ਕੰਡਿਆਂ ਨੂੰ ਖਾਦ ਦੇਣ ਵਾਂਗ ਹੈ। ਇਹ ਤੋਂ ਇਲਾਵਾ ਆਪਣੀ ਸਿਹਤ ਬਾਰੇ ਗੱਲਾਂ ਕਰਦੇ ਰਹਿਣਾ ਇੱਕ ਬੁਰੀ ਆਦਤ ਹੈ। ਇਸ ਨਾਲ ਲੋਕ ਬੋਰ ਹੋ ਜਾਂਦੇ ਹੈ। ਇਹ ਤੋਂ ਤੁਹਾਨੂੰ ਆਤਮ ਕੇਂਦਰਿਤ ਤੇ ਬੁੱਢਿਆਂ ਵਾਂਗ ਗੱਲਾਂ ਕਰਨ ਵਾਲਾ ਸਮਝਿਆ ਜਾ ਸਕਦਾ ਹੈ। ਸਫਲਤਾ ਦੀ ਚਾਹ ਰੱਖਣ ਵਾਲਾ ਬੰਦਾ ਆਪਣੀ ਖਰਾਬ ਸਿਹਤ ਬਾਰੇ ਚਿੰਤਾ ਨਹੀਂ ਕਰਦਾ। ਆਪਣੀ ਬਿਮਾਰੀ ਦਾ ਰੋਣਾ ਰੋ ਕੇ ਤੁਹਾਨੂੰ ਥੋੜੀ ਹਮਦਰਦੀ ਤਾਂ ਮਿਲ ਸਕਦੀ ਹੈ। ਤੇ ਮੈਂ ਸਕਦੀ ਸ਼ਬਦ ਤੇ ਜ਼ੋਰ ਦੇਣਾ ਚਾਹਾਂਗਾ, ਪਰ ਜਿਹੜਾ ਆਦਮੀ ਸਦਾ ਸ਼ਿਕਾਇਤ ਕਰਦਾ ਰਹਿੰਦਾ ਹੈ, ਉਹਨੂੰ ਕਦੇ ਵੀ ਕਿਸੇ ਤੋਂ ਸਨਮਾਨ, ਆਦਰ ਜਾਂ ਵਫਾਦਾਰੀ ਨਹੀਂ ਮਿਲ ਸਕਦੀ। ਦੂਸਰਾ, ਆਪਣੀ ਸਿਹਤ ਬਾਰੇ ਫਾਲਤੂ ਚਿੰਤਾ ਕਰਨਾ ਛੱਡ ਦਿਓ। ਡਾਕਟਰ ਵਾਲਟਰ ਵਿਸ਼ਵ ਪ੍ਰਸਿੱਧ ਮਿਓ ਕਲੀਨਿਕ ਵਿੱਚ ਐਮੇਰਿਟਸ ਕੰਸਲਟੈਂਟ ਹਨ। ਉਹਨਾਂ ਨੇ ਹੁਣੇ ਹੀ ਲਿਖਿਆ, ਮੈਂ ਹਮੇਸ਼ਾ ਫਜ਼ੂਲ ਚਿੰਤਾ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਨਾ ਕਰਨ ਦੀ ਸਲਾਹ ਦਿੰਦਾ। ਉਦਾਹਰਨ ਦੇ ਤੌਰ ਤੇ ਮੈਂ ਇੱਕ ਆਦਮੀ ਨੂੰ ਵੇਖਿਆ ਜਿਹਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਉਹਦਾ ਗਾਲ ਬਲੈਡਰ ਖਰਾਬ ਹੈ। ਹਾਲਾਂਕਿ 8 ਵਾਰ ਵੱਖ-ਵੱਖ ਕਲੀਨਿਕਾਂ ਵਿੱਚ ਐਕਸਰੇ ਕਰਵਾਉਣ ਤੇ ਵੀ ਉਹਦਾ ਗਾਲ ਬਲੈਡਰ ਪੂਰੀ ਤਰ੍ਹਾਂ ਠੀਕ ਦਿਖ ਰਿਹਾ ਸੀ ਤੇ ਡਾਕਟਰਾਂ ਦਾ ਕਹਿਣਾ ਸੀ ਕਿ ਸਿਰਫ ਉਹਦੇ ਮਨ ਦਾ ਵਹਿਮ ਹੈ ਤੇ ਦਰਅਸਲ ਉਹਨੂੰ ਕੋਈ ਬਿਮਾਰੀ ਨਹੀਂ ਹੈ। ਮੈਂ ਉਹਨੂੰ ਬੇਨਤੀ ਕੀਤੀ ਕਿ ਹੁਣ ਤਾਂ ਮਿਹਰਬਾਨੀ ਕਰਕੇ ਆਪਣੇ ਗਾਲ ਬਲੈਡਰ ਦਾ ਐਕਸਰੇ ਕਰਾਉਣਾ ਛੱਡ ਦੇਵੇ। ਮੈਂ ਸਿਹਤ ਦਾ ਲੋੜ ਤੋਂ ਵੱਧ ਧਿਆਨ ਰੱਖਣ ਵਾਲੇ ਸੈਂਕੜੇ ਲੋਕਾਂ ਨੂੰ ਬਾਰ-ਬਾਰ ਬਿਨਾਂ ਕਾਰਨ ECG ਕਰਾਉਂਦੇ ਦੇਖਿਆ। ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਵੀ ਉਹ ਆਪਣੀ ਬਿਮਾਰੀ ਦੇ ਬਾਰੇ ਫालतू ਚਿੰਤਾ ਕਰਨੀ ਛੱਡ ਦੇ। ਤੀਸਰਾ, ਤੁਹਾਡੀ ਸਿਹਤ ਜਿਸ ਤਰ੍ਹਾਂ ਦੀ ਵੀ ਹੋਵੇ, ਤੁਹਾਨੂੰ ਉਸ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇੱਕ ਪੁਰਾਣਾ ਅਖਾਣ ਹੈ, ਮੈਂ ਆਪਣੇ ਫਟੇ ਹੋਏ ਬੂਟਾਂ ਨੂੰ ਲੈ ਕੇ ਦੁਖੀ ਹੋ ਰਿਹਾ ਸੀ, ਪਰ ਜਦੋਂ ਮੈਂ ਬਿਨਾਂ ਪੈਰਾਂ ਵਾਲੇ ਆਦਮੀ ਨੂੰ ਵੇਖਿਆ ਤਾਂ ਮੈਨੂੰ ਉੱਪਰ ਵਾਲੇ ਨਾਲ ਕੋਈ ਸ਼ਿਕਾਇਤ ਨਹੀਂ ਰਹੀ। ਦੁਖੀ ਹੋਣ ਦੀ ਬਜਾਏ ਮੈਂ ਸ਼ੁਕਰਗੁਜ਼ਾਰ ਹੋ ਗਿਆ। ਇਸ ਗੱਲ ਤੇ ਸ਼ਿਕਾਇਤ ਕਰਨ ਦੀ ਬਜਾਏ ਕਿ ਤੁਹਾਡੀ ਸਿਹਤ ਵਿੱਚ ਕੀ ਚੰਗਾ ਨਹੀਂ ਹੈ, ਤੁਹਾਨੂੰ ਇਸ ਬਾਰੇ ਖੁਸ਼ ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਤੁਹਾਡੀ ਸਿਹਤ ਵਿੱਚ ਕੀ ਚੰਗਾ ਹੈ। ਜੇਕਰ ਤੁਸੀਂ ਸ਼ੁਕਰਗੁਜ਼ਾਰ ਹੋਗੇ ਤਾਂ ਤੁਸੀਂ ਕਈ ਅਸਲੀ ਬਿਮਾਰੀਆਂ ਤੋਂ ਬਚੇ ਰਹੋਗੇ। ਚੌਥਾ, ਆਪਣੇ ਆਪ ਨੂੰ ਇਹ ਆਮ ਕਰਕੇ ਯਾਦ ਦਿਲਾਓ, ਜੰਗ ਲੱਗਣ ਤੋਂ ਚੰਗਾ ਹੈ ਘਿਸ ਜਾਣਾ। ਤੁਹਾਨੂੰ ਜ਼ਿੰਦਗੀ ਮਿਲੀ ਹੈ ਮਜ਼ੇ ਲੈਣ ਲਈ, ਇਹਨੂੰ ਬਰਬਾਦ ਨਾ ਕਰੋ। ਜ਼ਿੰਦਗੀ ਜਿਉਣ ਦੀ ਬਜਾਏ ਜੇਕਰ ਤੁਸੀਂ ਫਿਕਰ ਕਰਦੇ ਰਹੋਗੇ ਤਾਂ ਤੁਸੀਂ ਛੇਤੀ ਕਿਸੇ ਹਸਪਤਾਲ 'ਚ ਭਰਤੀ ਨਜ਼ਰ ਆਓਗੇ। ਦੂਸਰਾ ਪੁਆਇੰਟ ਹੈ, ਪਰ ਮੇਰੇ ਕੋਲ ਸਫਲ ਬੰਦਿਆਂ ਜਿੰਨੀ ਬੁੱਧੀ ਨਹੀਂ ਹੈ। ਬੁੱਧੀ ਦਾ ਬਹਾਨੇਬਾਜ਼ੀ ਜਾਂ ਮੇਰੇ ਕੋਲ ਉਨੀ ਬੁੱਧੀ ਨਹੀਂ ਹੈ ਬਹੁਤ ਹਰਮਨ ਪਿਆਰਾ ਬਹਾਨਾ ਹੈ। ਅਸਲ 'ਚ ਇਹ ਆਮ ਹੈ ਕਿ ਸਾਡੇ ਆਲੇ ਦੁਆਲੇ ਦੇ ਤਕਰੀਬਨ 95% ਲੋਕਾਂ 'ਚ ਕਿਸੇ ਨਾ ਕਿਸੇ ਰੂਪ ਅੰਦਰ ਮੌਜੂਦ ਰਹਿੰਦਾ ਹੈ। ਬਹਾਨੇਬਾਜ਼ੀ ਦੇ ਬਾਕੀ ਰੂਪਾਂ ਵਿੱਚ ਤਾਂ ਬੰਦਾ ਵੱਧ ਚੜ ਕੇ ਗੱਲਾਂ ਕਰਦਾ ਹੈ, ਪਰ ਇਸ ਕਿਸਮ ਦੀ ਬਹਾਨੇਬਾਜ਼ੀ ਮਤਲਬ ਬੁੱਧੀ ਦੀ ਬਹਾਨੇਬਾਜ਼ੀ 'ਚ ਬੰਦਾ ਚੁੱਪਚਾਪ ਦੁਖੀ ਹੁੰਦਾ ਰਹਿੰਦਾ ਹੈ। ਜ਼ਿਆਦਾਤਰ ਲੋਕ ਦੂਜਿਆਂ ਦੇ ਸਾਹਮਣੇ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਕਿ ਉਹਨਾਂ 'ਚ ਲੋੜੀਂਦੀ ਬੁੱਧੀ ਜਾਂ ਸਿਆਣਪ ਸਮਝ ਨਹੀਂ ਹੈ, ਪਰ ਉਹ ਅੰਦਰੋਂ ਇਹ ਗੱਲ ਮਹਿਸੂਸ ਕਰਦੇ ਹੈ। ਜਦੋਂ ਬੁੱਧੀ ਦੀ ਗੱਲ ਆਉਂਦੀ ਹੈ ਤਾਂ ਸਾਡੇ ਵਿੱਚੋਂ ਜ਼ਿਆਦਾਤਰ ਲੋਕ 2 ਤਰ੍ਹਾਂ ਦੀਆਂ ਬੁਨਿਆਦੀ ਗਲਤੀਆਂ ਕਰਦੇ ਹੈ। ਪਹਿਲਾ, ਅਸੀਂ ਆਪਣੀ ਬੁੱਧੀ ਨੂੰ ਘੱਟ ਕਰਕੇ ਮਾਪਦੇ ਹਾਂ ਤੇ ਦੂਜਾ, ਅਸੀਂ ਦੂਜੀ ਆਦਮੀ ਦੀ ਬੁੱਧੀ ਨੂੰ ਜ਼ਿਆਦਾ ਮਾਪਦੇ ਹਾਂ। ਇਹਨਾਂ ਗਲਤੀਆਂ ਕਾਰਨ ਲੋਕ ਕਾਫੀ ਨੁਕਸਾਨ 'ਚ ਰਹਿੰਦੇ ਹੈ। ਉਹ ਚੁਣੌਤੀਪੂਰਨ ਹਾਲਾਤਾਂ ਦਾ ਸਾਹਮਣਾ ਕਰਨ 'ਚ ਅਸਫਲ ਰਹਿੰਦੇ ਹੈ ਕਿਉਂਕਿ ਉਹਨਾਂ 'ਚ ਬੁੱਧੀ ਦੀ ਲੋੜ ਹੁੰਦੀ ਹੈ
ਤੇ ਉਹਨਾਂ ਦੇ ਹਿਸਾਬ ਨਾਲ ਉਹਨਾਂ 'ਚ ਬੁੱਧੀ ਹੈ ਹੀ ਨਹੀਂ। ਪਰ ਉਸੇ ਵੇਲੇ ਉੱਥੇ ਇੱਕ ਇਹੋ ਜਿਹਾ ਆਦਮੀ ਆਉਂਦਾ ਹੈ ਜਿਹੜਾ ਬੁੱਧੀ ਦੇ ਬਾਰੇ ਥੋੜ੍ਹਾ ਵੀ ਵਿਚਾਰ ਨਹੀਂ ਕਰਦਾ ਤੇ ਉਹਨੂੰ ਉਹ ਕੰਮ ਮਿਲ ਜਾਂਦਾ ਹੈ। ਦਰਅਸਲ ਮਹੱਤਵ ਇਸ ਗੱਲ ਦਾ ਨਹੀਂ ਕਿ ਤੁਹਾਡੇ ਕੋਲ ਕਿੰਨੀ ਬੁੱਧੀ ਹੈ, ਬਲਕਿ ਇਸ ਗੱਲ ਦਾ ਹੈ ਕਿ ਜਿਹੜੀ ਤੁਹਾਡੇ ਕੋਲ ਹੈ ਉਹਦਾ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਹੋ। ਤੁਹਾਡੀ ਬੁੱਧੀ ਦੀ ਮਾਤਰਾ ਤੋਂ ਜ਼ਿਆਦਾ ਮਹੱਤਵਪੂਰਨ ਹੈ ਉਹ ਚਿੰਤਨ ਜਾਂ ਉਹ ਨਜ਼ਰੀਆ ਜਿਹੜਾ ਤੁਹਾਡੀ ਅਕਲ ਨੂੰ ਦਿਸ਼ਾ ਦੇ ਰਿਹਾ ਹੈ। ਮੈਨੂੰ ਇਸ ਗੱਲ ਨੂੰ ਦੁਹਰਾਉਣ ਦਿਓ ਕਿਉਂਕਿ ਬਹੁਤ ਹੀ ਮਹੱਤਵਪੂਰਨ ਹੈ। ਤੁਹਾਡੀ ਬੁੱਧੀ ਦੀ ਮਾਤਰਾ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਉਹ ਚਿੰਤਨ ਜਾਂ ਉਹ ਨਜ਼ਰੀਆ ਜਿਹੜਾ ਤੁਹਾਡੀ ਅਕਲ ਨੂੰ ਦਿਸ਼ਾ ਦਿਖਾ ਰਿਹਾ ਹੈ। ਦੇਸ਼ ਦੇ ਮਸ਼ਹੂਰ ਡਾਕਟਰ ਐਡਵਰਡ ਟੇਲਰ ਤੋਂ ਇੱਕ ਵਾਰ ਕਿਸੇ ਨੇ ਇਹ ਸਵਾਲ ਪੁੱਛਿਆ ਕਿ ਕੋਈ ਵੀ ਬੱਚਾ ਵਿਗਿਆਨਕ ਬਣ ਸਕਦਾ ਹੈ। ਟੇਲਰ ਨੇ ਜਵਾਬ ਦਿੱਤਾ, ਵਿਗਿਆਨਕ ਬਣਨ ਲਈ ਤੂਫਾਨੀ ਦਿਮਾਗ ਦੀ ਲੋੜ ਨਹੀਂ ਹੁੰਦੀ, ਨਾ ਹੀ ਕਰਾਮਾਤੀ ਯਾਦਦਾਸ਼ਤ ਦੀ ਲੋੜ ਹੁੰਦੀ ਹੈ, ਨਾ ਹੀ ਇਹ ਜ਼ਰੂਰੀ ਹੈ ਕਿ ਬੱਚਾ ਸਕੂਲ 'ਚ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਇਆ ਹੋਵੇ। ਵਿਗਿਆਨਕ ਬਣਨ ਲਈ ਕੇਵਲ ਇਹ ਲੋੜੀਂਦਾ ਹੈ ਕਿ ਬੱਚੇ ਦੀ ਵਿਗਿਆਨ 'ਚ ਕਾਫੀ ਰੁਚੀ ਹੋਵੇ। ਉਹਦੀ ਇਹ ਰੁਚੀ ਜਿੰਨੀ ਜ਼ਿਆਦਾ ਹੋਏਗੀ ਉਨਾ ਹੀ ਵੱਡਾ ਵਿਗਿਆਨਕ ਬਣ ਸਕਦਾ ਹੈ। ਤਾਂ ਰੁਚੀ ਜਾਂ ਉਤਸ਼ਾਹ ਵਿਗਿਆਨ ਵਿੱਚ ਵੀ ਮਹੱਤਵਪੂਰਨ ਹੁੰਦੇ ਹਨ। ਜੇ 100 IQ ਵਾਲੇ ਕਿਸੇ ਬੰਦੇ ਦਾ ਰਵੱਈਆ ਸਕਾਰਾਤਮਕ, ਆਸ਼ਾਵਾਦੀ ਤੇ ਸਹਿਯੋਗਾਤਮਕ ਹੈ ਤਾਂ ਉਸ ਬੰਦੇ ਤੋਂ ਜ਼ਿਆਦਾ ਪੈਸਾ, ਸਫਲਤਾ ਤੇ ਸਨਮਾਨ ਹਾਸਲ ਕਰੇਗਾ ਜਿਹਦਾ IQ ਤਾਂ 120 ਹੈ ਪਰ ਉਹਦਾ ਰਵੱਈਆ ਨਕਾਰਾਤਮਕ, ਨਿਰਾਸ਼ਾਵਾਦੀ ਤੇ ਅਸਹਿਯੋਗਾਤਮਕ ਹੈ। ਕਿਸੇ ਕੰਮ 'ਚ ਉਦੋਂ ਤੱਕ ਜੁਟੇ ਰਹੋ ਜਦ ਤੱਕ ਉਹ ਪੂਰਾ ਨਾ ਹੋ ਜਾਏ। ਇਹੀ ਅਸਲ 'ਚ ਪਤੇ ਦੀ ਗੱਲ ਹੈ। ਆਲਸੀ ਬੁੱਧੀ ਕਿਸ ਕੰਮ ਦੀ? ਆਮ ਕਰਕੇ ਕੰਮ 'ਚ ਰੁੱਝੇ ਰਹਿਣ ਵਾਲਾ ਬੰਦਾ ਉਸ ਬੁੱਧੀਮਾਨ ਤੇ ਪ੍ਰਤਿਭਾਸ਼ਾਲੀ ਬੰਦੇ ਕੋਲੋਂ ਜ਼ਿਆਦਾ ਸਫਲ ਹੁੰਦਾ ਜਿਹੜਾ ਕੋਈ ਕੰਮ ਨਹੀਂ ਕਰਦਾ। ਯੋਗਤਾ ਦਾ 95% ਹਿੱਸਾ ਕੰਮ 'ਚ ਰੁੱਝੇ ਰਹਿਣ ਦੀ ਸਮਰੱਥਾ ਹੀ ਹੈ। ਪਿਛਲੇ ਸਾਲ ਮੈਂ ਆਪਣੇ ਕਾਲਜ ਦੇ ਇੱਕ ਪੁਰਾਣੇ ਦੋਸਤ ਚੱਕ ਨੂੰ 10 ਸਾਲਾਂ ਬਾਅਦ ਮਿਲਿਆ। ਚੱਕ ਬਹੁਤ ਹੀ ਪ੍ਰਤਿਭਾਸ਼ਾਲੀ ਸਿੱਖਿਆਰਥੀ ਸੀ ਤੇ ਉਹਨੇ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤਾ ਸੀ। ਜਦ ਮੈਂ ਉਹਨੂੰ ਆਖਰੀ ਵਾਰ ਮਿਲਿਆ ਸੀ ਤਾਂ ਉਹਦਾ ਉਦੇਸ਼ ਸੀ ਪੱਛਮੀ ਨੇਬਰਾਸਕਾ ਵਿੱਚ ਆਪਣਾ ਬਿਜ਼ਨਸ ਖੜਾ ਕਰਨਾ। ਮੈਂ ਚੱਕ ਨੂੰ ਪੁੱਛਿਆ ਕਿ ਆਖਿਰਕਾਰ ਉਹਨੇ ਕਿਸ ਤਰ੍ਹਾਂ ਦਾ ਬਿਜ਼ਨਸ ਖੜਾ ਕੀਤਾ। ਉਹਦਾ ਜਵਾਬ ਸੀ, ਮੈਂ ਕੋਈ ਬਿਜ਼ਨਸ ਖੜਾ ਨਹੀਂ ਕਰ ਪਾਇਆ। 5 ਸਾਲ ਪਹਿਲਾਂ ਮੈਂ ਤੁਹਾਨੂੰ ਇਹ ਨਹੀਂ ਦੱਸਦਾ, 1 ਸਾਲ ਪਹਿਲਾਂ ਵੀ ਨਹੀਂ, ਪਰ ਹੁਣ ਮੈਂ ਇਸ ਬਾਰੇ ਗੱਲ ਕਰਨ ਨੂੰ ਤਿਆਰ ਹਾਂ। ਹੁਣ ਜਦੋਂ ਮੈਂ ਕਾਲਜ ਦੇ ਦਿਨਾਂ ਦੀ ਯਾਦ ਕਰਦਾ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਹਰ ਯੋਜਨਾ 'ਚ ਖਾਮੀਆਂ ਲੱਭਣ 'ਚ ਮਾਹਰ ਸੀ। ਮੈਂ ਇਹ ਦੱਸ ਸਕਦਾ ਸੀ ਕਿ ਕੋਈ ਬਿਜ਼ਨਸ ਕਿਉਂ ਚੌਪਟ ਹੋ ਜਾਏਗਾ, ਕੋਈ ਯੋਜਨਾ ਕਿਉਂ ਅਸਫਲ ਹੋ ਜਾਏਗੀ, ਰਾਹ 'ਚ ਕਿੰਨੀਆਂ ਮੁਸ਼ਕਲਾਂ ਆਉਣਗੀਆਂ। ਤੁਹਾਡੇ ਕੋਲ ਬਹੁਤ ਸਾਰੀ ਪੂੰਜੀ ਹੋਣੀ ਚਾਹੀਦੀ ਹੈ। ਇਹ ਪੱਕਾ ਕਰ ਲਓ ਕਿ ਬਿਜ਼ਨਸ ਸਾਈਕਲ ਠੀਕ ਹੋਵੇ ਜਿਹੜਾ ਅਸੀਂ ਬਣਾਵਾਂਗੇ। ਕੀ ਉਹਦੀ ਬੜੀ ਮੰਗ ਹੈ? ਕੀ ਸਥਾਨਕ ਉਦਯੋਗ ਸਥਿਰ ਤੇ ਸਥਾਈ ਹੈ? ਤੇ ਇਸ ਤਰ੍ਹਾਂ ਦੇ 1001 ਸਵਾਲ ਜਿਨ੍ਹਾਂ ਦੇ ਜਵਾਬ ਲੱਭੇ ਬਿਨਾਂ ਕੋਈ ਵੀ ਬਿਜ਼ਨਸ ਕਰਨਾ ਖਤਰਨਾਕ ਹੋ ਸਕਦਾ ਸੀ। ਮੈਨੂੰ ਸਭ ਤੋਂ ਜ਼ਿਆਦਾ ਤਕਲੀਫ ਇਸ ਗੱਲ ਨਾਲ ਹੁੰਦੀ ਕਿ ਮੇਰੇ ਉਹ ਦੋਸਤ ਜਿਨ੍ਹਾਂ 'ਚ ਅਕਲ ਨਹੀਂ ਸੀ ਜਾਂ ਉਹ ਲੋਕ ਜਿਹੜੇ ਕਦੇ ਕਾਲਜ ਗਏ ਵੀ ਨਹੀਂ, ਉਹਨਾਂ ਨੇ ਚੰਗੇ ਖਾਸੇ ਬਿਜ਼ਨਸ ਖੜੇ ਕਰ ਲਏ ਆ, ਜਦਕਿ ਮੈਂ ਉੱਥੇ ਦਾ ਉੱਥੇ ਹੀ ਹਾਂ। ਉਹਨਾਂ ਦੀ ਕੰਪਨੀਆਂ ਦਾ ਆਡਿਟ ਕਰਦਾ ਫਿਰ ਰਿਹਾ। ਕੋਈ ਬਿਜ਼ਨਸ ਅਸਫਲ ਕਿਉਂ ਹੋ ਸਕਦਾ ਇਹਦੇ ਬਾਰੇ ਸੋਚਣ ਦੀ ਬਜਾਏ ਕਾਸ਼ ਮੈਂ ਇਹ ਸੋਚਿਆ ਹੁੰਦਾ ਕਿ ਕੋਈ ਬਿਜ਼ਨਸ ਸਫਲ ਕਿਵੇਂ ਹੋ ਸਕਦਾ ਹੈ। ਜੇਕਰ ਮੈਂ ਸਕਾਰਾਤਮਕ ਚਿੰਤਨ ਕੀਤਾ ਹੁੰਦਾ ਤਾਂ ਮੇਰੀ ਜ਼ਿੰਦਗੀ ਜ਼ਿਆਦਾ ਖੁਸ਼ਹਾਲ ਹੁੰਦੀ। ਚੱਕ ਦੀ ਅਕਲ ਤੋਂ ਜ਼ਿਆਦਾ ਮਹੱਤਵਪੂਰਨ ਸੀ ਉਹਦੇ ਸੋਚਣ ਦਾ ਨਜ਼ਰੀਆ ਜਿਹਨੇ ਚੱਕ ਦੀ ਬੁੱਧੀ ਨੂੰ ਗਲਤ ਰਾਹ ਦਿਖਾਈ। ਕਈ ਪ੍ਰਤਿਭਾਸ਼ਾਲੀ ਲੋਕ ਕਿਉਂ ਅਸਫਲ ਹੁੰਦੇ ਹਨ? ਪਿਛਲੇ ਕਈ ਸਾਲਾਂ ਤੋਂ ਮੈਂ ਇੱਕ ਅਜਿਹੇ ਬੰਦੇ ਦੇ ਸੰਪਰਕ 'ਚ ਹਾਂ ਜੋ ਬਹੁਤ ਪ੍ਰਤਿਭਾਸ਼ਾਲੀ ਹੈ, ਜਿਸ 'ਚ ਬੁੱਧੀ ਦੀ ਕੋਈ ਘਾਟ ਨਹੀਂ ਹੈ ਤੇ ਉਹਦਾ ਨਾਂ ਹੈ ਫੀ ਬੇਟਾ ਕਾਪਾ। ਇੰਨੀ ਬੁੱਧੀ ਹੋਣ ਦੇ ਬਾਵਜੂਦ ਉਹ ਬਹੁਤ ਅਸਫਲ ਹੈ। ਉਹਦੀ ਨੌਕਰੀ ਵੀ ਆਮ ਜਿਹੀ ਹੈ। ਉਹ ਜ਼ਿੰਮੇਵਾਰੀਆਂ ਤੋਂ ਘਬਰਾਉਂਦਾ ਹੈ। ਉਹਨੇ ਕਦੇ ਵਿਆਹ ਵੀ ਨਹੀਂ ਕੀਤਾ। ਉਹ ਮੰਨਦਾ ਹੈ ਕਿ ਜ਼ਿਆਦਾਤਰ ਵਿਆਹਾਂ ਦਾ ਅੰਤ ਤਲਾਕ ਹੁੰਦਾ ਹੈ। ਉਹਦੇ ਬੜੇ ਘੱਟ ਦੋਸਤ ਹਨ। ਲੋਕਾਂ ਨਾਲ ਗੱਲਾਂ ਕਰਨ ਨਾਲ ਉਹਨੂੰ ਬੋਰੀਅਤ ਹੁੰਦੀ ਹੈ। ਉਹਨੇ ਕਿਸੇ ਤਰ੍ਹਾਂ ਦੀ ਕੋਈ ਵੀ ਜਾਇਦਾਦ ਨਹੀਂ ਖਰੀਦੀ ਇਸ ਡਰ ਕਾਰਨ ਕਿ ਕਿਤੇ ਉਹ ਆਪਣਾ ਪੈਸਾ ਵੀ ਨਾ ਗੁਆ ਬੈਠੇ। ਇਹ ਬੰਦਾ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਸਿੱਧ ਕਰ ਦਿੰਦਾ ਹੈ ਕਿ ਚੀਜ਼ਾਂ ਕਿਉਂ ਅਸਫਲ ਹੋਣਗੀਆਂ। ਇਹਦੀ ਬਜਾਏ ਉਹਨੂੰ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਇਹ ਸਿੱਧ ਕਰਨਾ ਚਾਹੀਦਾ ਹੈ ਕਿ ਉਹ ਸਫਲ ਕਿਸ ਤਰ੍ਹਾਂ ਹੋਵੇ।
ਜਿਵੇਂ ਮੈਂ ਕਿਹਾ, ਉਹਦੇ ਕੋਲ ਬੁੱਧੀ ਦੀ ਘਾਟ ਨਹੀਂ ਹੈ, ਸਿਰਫ ਉਹਦੇ ਸੋਚਣ ਦਾ ਢੰਗ ਗਲਤ ਹੈ। ਇਸੇ ਕਾਰਨ ਇਹ ਪ੍ਰਤਿਭਾਸ਼ਾਲੀ ਬੰਦਾ ਸਮਾਜ ਨੂੰ ਬਹੁਤ ਘੱਟ ਯੋਗਦਾਨ ਦੇ ਪਾਇਆ ਹੈ। ਉਹਨੇ ਕੋਈ ਰਚਨਾਤਮਕ ਕੰਮ ਨਹੀਂ ਕੀਤਾ। ਜੇ ਉਹ ਆਪਣਾ ਨਜ਼ਰੀਆ ਬਦਲ ਲਏ ਤਾਂ ਉਹ ਵੱਡੇ ਵੱਡੇ ਕੰਮ ਕਰ ਸਕਦਾ ਹੈ। ਉਸ ਵਿੱਚ ਅਦਭੁਤ ਸਫਲਤਾ ਦਿਲਾਉਣ ਵਾਲਾ ਦਿਮਾਗ ਤਾਂ ਹੈ, ਪਰ ਉਹਦਾ ਨਜ਼ਰੀਆ ਉਨਾ ਤਾਕਤਵਰ ਨਹੀਂ ਹੈ। ਮੈਂ ਇੱਕ ਹੋਰ ਇਹੋ ਜਿਹੇ ਬੰਦੇ ਨੂੰ ਜਾਣਦਾ ਜਿਹੜਾ ਨਿਊਯਾਰਕ ਯੂਨੀਵਰਸਿਟੀ ਤੋਂ PhD ਕਰਨ ਤੋਂ ਬਾਅਦ ਮਿਲਟਰੀ 'ਚ ਭਰਤੀ ਹੋਇਆ। ਉਹਨੇ ਮਿਲਟਰੀ 'ਚ 3 ਸਾਲ ਕਿਸ ਤਰ੍ਹਾਂ ਬਿਤਾਏ, ਸਟਾਫ ਅਫਸਰ ਦੇ ਰੂਪ 'ਚ ਨਹੀਂ, ਨਾ ਹੀ ਸਟਾਫ ਸਪੈਸ਼ਲਿਸਟ ਦੇ ਤੌਰ ਤੇ। ਇਹਦੀ ਬਜਾਏ ਉਹ 3 ਸਾਲ ਤੱਕ ਮਿਲਟਰੀ ਦਾ ਇੱਕ ਟਰੱਕ ਚਲਾਉਂਦਾ ਰਿਹਾ। ਕਿਉਂ? ਕਿਉਂਕਿ ਉਹਦੇ ਮਨ 'ਚ ਆਪਣੇ ਸਾਥੀ ਸਿਪਾਹੀਆਂ ਪ੍ਰਤੀ ਨਕਾਰਾਤਮਕ ਵਿਚਾਰ ਭਰੇ ਹੋਏ ਸੀ। ਮੈਂ ਉਹਨਾਂ ਤੋਂ ਸ੍ਰੇਸ਼ਟ ਹਾਂ। ਮਿਲਟਰੀ ਦੇ ਨਿਯਮ ਕਾਨੂੰਨਾਂ ਤੋਂ ਚਿੜਦਾ ਸੀ। ਸਾਰੇ ਨਿਯਮ ਬਕਵਾਸ ਤੇ ਮੂਰਖਤਾਪੂਰਨ ਹਨ। ਅਨੁਸ਼ਾਸਨ ਨੂੰ ਪਸੰਦ ਨਹੀਂ ਸੀ ਕਰਦਾ। ਇਹ ਦੂਜਿਆਂ ਤੇ ਲਾਗੂ ਹੁੰਦਾ, ਮੇਰੇ ਤੇ ਨਹੀਂ। ਮਤਲਬ ਹਰ ਚੀਜ਼ ਦੇ ਬਾਰੇ ਉਹਦਾ ਨਜ਼ਰੀਆ ਨਕਾਰਾਤਮਕ ਸੀ, ਜਿਸ 'ਚ ਆਪ ਵੀ ਸ਼ਾਮਲ ਸੀ। ਮੈਂ ਕਿਹੋ ਜਿਹਾ ਮੂਰਖ ਸੀ ਜਿਹੜਾ ਇਹਨਾਂ ਝਮੇਲਿਆਂ 'ਚ ਆ ਫਸਿਆ ਤੇ ਹੁਣ ਇੱਥੋਂ ਬਾਹਰ ਨਿਕਲਣ ਦਾ ਕੋਈ ਰਾਹ ਵੀ ਨਹੀਂ ਲੱਭ ਪਾ ਰਿਹਾ। ਇਹੋ ਜਿਹੇ ਆਦਮੀ ਦਾ ਆਦਰ ਕੌਣ ਕਰਦਾ? ਉਹਦਾ ਸਾਰਾ ਗਿਆਨ ਉਹਦੇ ਦਿਮਾਗ ਦੇ ਗੁਦਾਮ 'ਚ ਭਰਿਆ ਰਿਹਾ ਤੇ ਉੱਥੇ ਹੀ ਦਫਨ ਹੋ ਕੇ ਰਹਿ ਗਿਆ। ਉਹਦੇ ਨਕਾਰਾਤਮਕ ਵਿਚਾਰਾਂ ਨੇ ਉਹਨੂੰ ਨਿਠੱਲਾ ਬਣਾਤਾ। ਯਾਦ ਰੱਖੋ, ਤੁਹਾਡੀ ਬੁੱਧੀ ਦੀ ਮਾਤਰਾ ਤੋਂ ਜ਼ਿਆਦਾ ਮਹੱਤਵਪੂਰਨ ਹੈ ਉਹ ਚਿੰਤਨ ਜਾਂ ਉਹ ਨਜ਼ਰੀਆ ਜਿਹੜਾ ਤੁਹਾਡੀ ਅਕਲ ਨੂੰ ਦਿਸ਼ਾ ਵਿਖਾ ਰਿਹਾ ਹੈ। PhD ਦੀ ਡਿਗਰੀ ਵੀ ਇਸ ਬੁਨਿਆਦੀ ਸਫਲਤਾ ਦੇ ਸਿਧਾਂਤ ਸਾਹਮਣੇ ਹਾਰ ਜਾਂਦੀ ਹੈ। ਕਈ ਸਾਲ ਪਹਿਲਾਂ ਮੈਂ ਆਪਣੇ ਨਜ਼ਦੀਕੀ ਦੋਸਤ ਫਿਲ ਦੇ ਦਫ਼ਤਰ 'ਚ ਬੈਠਿਆ ਹੋਇਆ ਸੀ। ਫਿਲ ਇੱਕ ਵੱਡੀ ਐਡਵਰਟਾਈਜ਼ਿੰਗ ਏਜੰਸੀ 'ਚ ਅਫਸਰ ਸੀ। ਫਿਲ ਆਪਣੀ ਏਜੰਸੀ ਦੇ ਮਾਰਕੀਟਿੰਗ ਰਿਸਰਚ ਦਾ ਡਾਇਰੈਕਟਰ ਸੀ ਤੇ ਉਹਦਾ ਕੰਮ ਜ਼ੋਰਦਾਰ ਚੱਲ ਰਿਹਾ ਸੀ। ਕੀ ਫਿਲ ਬਹੁਤ ਅਕਲ ਵਾਲਾ ਸੀ? ਬਿਲਕੁਲ ਨਹੀਂ। ਫਿਲ ਨੂੰ ਰਿਸਰਚ ਤਕਨੀਕ ਦਾ ਜ਼ਰਾ ਵੀ ਗਿਆਨ ਨਹੀਂ ਸੀ। ਉਹਨੂੰ ਅੰਕੜਿਆਂ ਦੀ ਬਿਲਕੁਲ ਸਮਝ ਨਹੀਂ ਸੀ। ਉਹ ਕਾਲਜ ਗ੍ਰੈਜੂਏਟ ਵੀ ਨਹੀਂ ਸੀ, ਹਾਲਾਂਕਿ ਉਹਦੇ ਸਾਰੇ ਹੇਠਲੇ ਵਰਕਰ ਕਾਲਜ ਗ੍ਰੈਜੂਏਟ ਸਨ ਤੇ ਫਿਲ ਇਹ ਦਾਅਵਾ ਜਾਂ ਨਾਟਕ ਵੀ ਨਹੀਂ ਕਰਦਾ ਸੀ ਕਿ ਉਹਨੂੰ ਰਿਸਰਚ ਦੇ ਤਕਨੀਕੀ ਪਹਿਲੂਆਂ ਦਾ ਗਿਆਨ ਹੈ। ਤਾਂ ਫਿਰ ਫਿਲ ਇਹੋ ਜਿਹੀ ਕੀ ਗੱਲ ਸੀ ਕਿ ਉਹਨੂੰ ਸਾਲ ਦੇ $30,000 ਮਿਲਦੇ ਸਨ, ਜਦਕਿ ਉਹਦੇ ਹੇਠਲਿਆਂ ਨੂੰ ਸਿਰਫ $10,000। ਫਿਲ ਇਨਸਾਨਾਂ ਦਾ ਇੰਜੀਨੀਅਰ ਸੀ। ਫਿਲ 100% ਸਕਾਰਾਤਮਕ ਸੀ। ਜਦੋਂ ਲੋਕਾਂ ਦਾ ਉਤਸ਼ਾਹ ਠੰਡਾ ਪੈ ਜਾਂਦਾ, ਫਿਲ ਉਹਨੂੰ ਪ੍ਰੇਰਿਤ ਕਰ ਸਕਦਾ ਸੀ। ਫਿਲ ਉਤਸ਼ਾਹੀ ਸੀ। ਉਹ ਉਤਸ਼ਾਹ ਪੈਦਾ ਕਰ ਸਕਦਾ ਸੀ। ਫਿਲ ਨੂੰ ਲੋਕਾਂ ਦੀ ਸਮਝ ਸੀ ਤੇ ਇਸ ਲਈ ਉਹ ਸੱਚਮੁੱਚ ਜਾਣਦਾ ਸੀ ਕਿ ਉਹਨਾਂ ਤੋਂ ਕਿਵੇਂ ਕੰਮ ਲਿਆ ਜਾ ਸਕਦਾ ਹੈ। ਇਹ ਤੋਂ ਵੀ ਵੱਡੀ ਗੱਲ ਇਹ ਕਿ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਸੀ। ਕੰਪਨੀ ਨੇ ਫਿਲ ਨੂੰ ਉਹਨਾਂ ਵਰਕਰਾਂ ਤੋਂ 3 ਗੁਣਾ ਜ਼ਿਆਦਾ ਮੁੱਲਵਾਨ ਸਮਝਿਆ ਜਿਨ੍ਹਾਂ ਵਿੱਚ ਉਸ ਤੋਂ ਜ਼ਿਆਦਾ IQ ਜਾਂ ਦਿਮਾਗ ਸੀ, ਤੇ ਨਿਸ਼ਚਿਤ ਤੌਰ ਤੇ ਫਿਲ ਵਿੱਚ ਬੁੱਧੀ ਤਾਂ ਘੱਟ ਸੀ, ਪਰ ਉਹਦੇ ਸੋਚਣ ਦੇ ਢੰਗ ਜਾਂ ਨਜ਼ਰੀਏ ਨੇ ਉਹਨੂੰ ਕੰਪਨੀ ਲਈ ਇੰਨਾ ਮੁੱਲਵਾਨ ਬਣਾ ਦਿੱਤਾ। ਕਾਲਜ ਵਿੱਚ ਦਾਖਲ ਹੋਣ ਵਾਲੇ 100 ਵਿੱਚੋਂ ਸਿਰਫ 50% ਗ੍ਰੈਜੂਏਟ ਹੋ ਪਾਉਣਗੇ। ਮੈਂ ਜਾਣ ਕੇ ਹੈਰਾਨ ਹੋਇਆ, ਇਸ ਲਈ ਮੈਂ ਇੱਕ ਵੱਡੀ ਯੂਨੀਵਰਸਿਟੀ ਦੇ ਡਾਇਰੈਕਟਰ ਆਫ ਐਡਮਿਸ਼ਨ ਤੋਂ ਇਹਦਾ ਕਾਰਨ ਪੁੱਛਿਆ। ਉਹਨੇ ਕਿਹਾ ਇਹਦਾ ਕਾਰਨ ਘੱਟ ਬੁੱਧੀ ਨਹੀਂ ਹੈ। ਜੇਕਰ ਇਹਨਾਂ ਵਿੱਚ ਲੋੜੀਂਦੀ ਯੋਗਤਾ ਨਹੀਂ ਹੁੰਦੀ ਤਾਂ ਅਸੀਂ ਉਹਨਾਂ ਨੂੰ ਦਾਖਲਾ ਹੀ ਨਹੀਂ ਦਿੰਦੇ, ਤੇ ਸਵਾਲ ਪੈਸੇ ਦਾ ਵੀ ਨਹੀਂ ਹੈ। ਅੱਜ ਕੱਲ੍ਹ ਜਿਹੜਾ ਵੀ ਕਾਲਜ ਆਪਣੀ ਫੀਸ ਨੂੰ ਘੱਟ ਕਰਨ ਨੂੰ ਤਿਆਰ ਹੈ, ਉਸ ਲਈ ਕੰਮ ਦੀ ਕੋਈ ਘਾਟ ਨਹੀਂ। ਅਸਲ ਕਾਰਨ ਹੈ ਨਜ਼ਰੀਆ ਜਾਂ ਰਵੱਈਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਕਿੰਨੇ ਸਾਰੇ ਨੌਜਵਾਨ ਸਿਰਫ ਇਸ ਲਈ ਕਾਲਜ ਛੱਡ ਜਾਂਦੇ ਹੈ ਕਿਉਂਕਿ ਉਹਨਾਂ ਨੂੰ ਪ੍ਰੋਫੈਸਰ ਪਸੰਦ ਨਹੀਂ ਹੁੰਦੇ, ਜਾਂ ਉਹਨਾਂ ਨੂੰ ਆਪਣੇ ਵਿਸ਼ੇ 'ਚ ਮਜ਼ਾ ਨਹੀਂ ਆਉਂਦਾ, ਜਾਂ ਮਨਪਸੰਦ ਸਾਥੀ ਨਹੀਂ ਮਿਲਦੇ। ਨਕਾਰਾਤਮਕ ਨਜ਼ਰੀਏ ਦੇ ਕਾਰਨ ਹੀ ਕਈ ਜੂਨੀਅਰ ਐਗਜ਼ੀਕਿਊਟਿਵ ਉੱਚੇ ਅਹੁਦਿਆਂ ਤੇ ਨਹੀਂ ਪੁੱਜ ਪਾਉਂਦੇ। ਇਹੋ ਜਿਹੇ ਹਜ਼ਾਰਾਂ ਹੀ ਨੌਜਵਾਨ ਐਗਜ਼ੀਕਿਊਟਿਵ ਹਨ ਜਿਨ੍ਹਾਂ 'ਚ ਅਕਲ ਤਾਂ ਬਹੁਤ ਹੈ, ਪਰ ਉਹਨਾਂ ਦਾ ਰਵੱਈਆ ਨਕਾਰਾਤਮਕ, ਚਿੜਚਿੜਾ, ਨਿਰਾਸ਼ਾਵਾਦੀ ਤੇ ਅਪਮਾਨਜਨਕ ਹੈ। ਜਿਵੇਂ ਕਿ ਇੱਕ ਐਗਜ਼ੀਕਿਊਟਿਵ ਨੇ ਮੈਨੂੰ ਦੱਸਿਆ ਕਿ ਐਸਾ ਦੁਰਲੱਭ ਹੀ ਹੈ ਕਿ ਅਸੀਂ ਕਿਸੇ ਨੌਜਵਾਨ ਅਫਸਰ ਨੂੰ ਦਿਮਾਗ ਜਾਂ ਬੁੱਧੀ ਦੀ ਘਾਟ ਕਾਰਨ ਪ੍ਰਮੋਸ਼ਨ ਨਹੀਂ ਦਿੰਦੇ। ਤਕਰੀਬਨ ਹਮੇਸ਼ਾ ਹੀ ਇਹਦਾ ਕਾਰਨ ਹੁੰਦਾ ਹੈ ਉਹਦਾ ਰਵੱਈਆ ਜਾਂ ਨਜ਼ਰੀਆ। ਮੈਨੂੰ ਇੱਕ ਬੀਮਾ ਕੰਪਨੀ ਨੇ ਇੱਕ ਰਿਸਰਚ ਕਰਨ ਨੂੰ ਕਿਹਾ। ਉਹ ਇਹ ਜਾਣਨਾ ਚਾਹੁੰਦੇ ਸਨ ਕਿ ਉਹਨਾਂ ਦੇ ਮੁੱਢਲੇ 25% ਏਜੰਟ 75% ਬੀਮਾ ਕਰਨ 'ਚ ਕਿਉਂ ਸਫਲ ਹੋ ਰਹੇ ਸਨ, ਜਦਕਿ ਸਾਰਿਆਂ ਤੋਂ ਹੇਠਲੇ 25% ਏਜੰਟ ਕੁੱਲ ਬੀਮਾ ਦਾ ਸਿਰਫ 5% ਬੀਮਾ ਹੀ ਕਿਉਂ ਕਰ ਪਾ ਰਹੇ ਹਨ। ਇਹਦਾ ਕੀ ਕਾਰਨ ਹੈ? ਹਜ਼ਾਰਾਂ ਫਾਈਲਾਂ ਨੂੰ ਗੌਰ ਨਾਲ ਦੇਖਿਆ ਗਿਆ। ਇਸ ਰਿਸਰਚ 'ਚ ਇੱਕ ਗੱਲ ਉੱਭਰ ਕੇ ਆਈ ਕਿ ਸਭ ਤੋਂ ਉੱਪਰਲੇ ਤੇ ਸਭ ਤੋਂ ਹੇਠਲੇ ਬੀਮਾ ਏਜੰਟਾਂ ਦੀ ਬੁੱਧੀ ਵਿੱਚ ਕੋਈ ਫਰਕ ਨਹੀਂ ਸੀ।
ਉਹਨਾਂ ਦੀ ਸਫਲਤਾ 'ਚ ਅੰਤਰ ਦਾ ਕਾਰਨ ਉਹਨਾਂ ਦੀ ਸਿੱਖਿਆ ਦਾ ਫਰਕ ਵੀ ਨਹੀਂ ਸੀ। ਬੇਹੱਦ ਸਫਲ ਤੇ ਬਹੁਤ ਸਫਲ ਲੋਕਾਂ 'ਚ ਜਿਹੜਾ ਸਭ ਤੋਂ ਵੱਡਾ ਅੰਤਰ ਸਾਹਮਣੇ ਆਇਆ ਉਹ ਸੀ ਉਹਨਾਂ ਦੇ ਰਵੱਈਏ ਜਾਂ ਨਜ਼ਰੀਏ ਦਾ। ਮੁਰਲੇ ਬੀਮਾ ਏਜੰਟ ਫਿਕਰ ਘੱਟ ਕਰਦੇ ਸੀ, ਜ਼ਿਆਦਾ ਉਤਸ਼ਾਹੀ ਸੀ, ਲੋਕਾਂ ਨੂੰ ਸੱਚਮੁੱਚ ਪਸੰਦ ਕਰਦੇ ਸੀ। ਅਸੀਂ ਆਪਣੀ ਬੁੱਧੀ ਦੀ ਮਾਤਰਾ ਨੂੰ ਤੇ ਨਹੀਂ ਬਦਲ ਸਕਦੇ, ਪਰ ਅਸੀਂ ਉਸ ਤਰੀਕੇ ਨੂੰ ਤਾਂ ਬਦਲ ਹੀ ਸਕਦੇ ਹਾਂ ਜਿਸ ਨਾਲ ਅਸੀਂ ਆਪਣੀ ਬੁੱਧੀ ਨੂੰ ਇਸਤੇਮਾਲ ਕਰਦੇ ਹਾਂ। ਧੰਨਵਾਦ।